मालक जी की रहमत नूं किवें प्राप्त करना है, कबूल करके भी महाराज सच्चे पातशाह जी नहीं हाँ ते तां भी महाराज मैं हाँ, इहो जिहा हाँ। हुण गुरु साहब किहड़ा हैगे है, गुरु साहब के उन्हां च औगड़ ने। महाराज सच्चे पातशाह कहंदे ना हो जति सती नहीं पढ़िया। ते ਜਿਹੜੇ शब्द मालक जी ਦੇ ਨੇ ਵੱਡੇ ਵੱਡੇ ਵਿਦਵਾਨ ਮੂੰਹ ਚ ਉਂਗਲਾਂ ਪਾ ਲੈਂਦੇ ਆ, ਸਿਰ ਨੂੰ ਫੜ ਲੈਂਦੇ ਆ ਵੀ ਆਹ ਸ਼ਬਦ ਜਿਹੜਾ ਮਹਾਰਾਜ ਨੇ ਇਸ ਭਾਸ਼ਾ ਦੇ ਵਿੱਚ ਲਿਖਿਆ ਤੇ ਇਹਨੂੰ ਉਚਾਰਨਾ ਹੀ ਔਖਾ ਹੈ ਤੇ ਇਹਦੇ ਅਰਥ ਕਰਨੇ ਕਿੰਨੇ ਔਖੇ ਹੋਣਗੇ। ਸ਼ਬਦ ਦਾ ਉਚਾਰਨ ਹੀ ਐਸਾ ਹੈ, ਫਾਰਸੀ ਦੇ ਸ਼ਬਦ ਨੇ ਕਈ। ਹੁਣ ਜੇ ਪੜ੍ਹੀ ਹੋਏਗਾ ਫਾਰਸੀ, ਪੜ੍ਹੀ ਬੰਦਾ ਪੜ੍ਹਿਆ ਹੋਏਗਾ ਤਾਂ ਹੀ ਸ਼ਬਦ ਪੜ੍ਹਿਆ ਜਾਏਗਾ। ਹੁਣ ਫਿਰ ਉਹਨੂੰ ਤਾਂ ਨਹੀਂ ਪਤਾ ਲੱਗੇ ਗੁਰੂ ਸਾਹਿਬ ਤੇ ਹੈ ਹੀ ਹਨ, ਗੁਰੂ ਦੇ ਸਿੱਖ ਇੰਨੇ ਵਿਦਵਾਨ ਨੇ। ਸੱਤੇ ਬਲਵੰਡ ਦੀ ਵਾਰ ਪੜ੍ਹਦੇ ਆਪਾਂ ਰਾਮਕਲੀ ਦੀ, ਉਹਦੇ ਵਿੱਚ ਇੱਕ ਪੰਗਤੀ ਆਉਂਦੀ ਆ, ਬਲਵੰਡ ਬਾਬਾ ਬਲਵੰਡ ਜੀ ਕਹਿੰਦੇ ਆ, ਰਬਾਬੀ ਗੁਰੂ ਘਰ ਦੇ ਕੀਰਤਨੀਏ, ਕਹਿੰਦੇ ਖੀਵੀ ਨੇਕ ਜਨ 99% ਜਿਹੜੇ ਪੜ੍ਹਨ ਵਾਲੇ ਪਾਠੀ ਸਿੰਘ ਅਸੀਂ ਵੀ ਜਨ ਕਹਿੰਦੇ ਆ ਉੱਥੇ। ਤੇ ਜਨ ਕੋਈ ਨਹੀਂ ਕਹਿੰਦਾ ਫਾਰਸੀ ਦੇ ਵਿੱਚ, ਜਨ ਮੈਨੇ ਔਰਤ ਹੁੰਦਾ ਜਨ, ਤੇ ਜਨ ਮੈਨੇ ਸੇਵਕ ਹੁੰਦਾ। ਉੱਥੇ ਖੀਵੀ ਮਾਤਾ ਜੀ ਨੂੰ ਕਹਿ ਰਹੇ ਆ, ਉਹ ਜਿਹੜੇ ਔਰਤ ਨੇ ਉੱਥੇ ਸੇਵਕ ਦੀ ਗੱਲ ਨਹੀਂ। ਤੇ ਜਦੋਂ ਐਸੀਆਂ ਪੰਗਤੀਆਂ ਜਿਵੇਂ ਕੱਲ ਬੇਨਤੀ ਕੀਤੀ ਸੀ, ਅਸੀਂ ਤੇ ਨਾਨਕ ਸ਼ਬਦ ਆਇਆ, ਅਸੀਂ ਤਾਂ ਕਹਿੰਦੇ ਆ ਵੀ ਬਾਬੇ ਦੀ ਬਾਣੀ ਇੱਥੋਂ ਤੱਕ ਗੁਰੂ ਘਰਾਂ ਦੇ ਜਿਹੜੇ ਸਵੇਰੇ ਬੋਲਣ ਵਾਲੇ ਨੇ ਟਾਈਮ, ਉਹ ਵੀ ਇਹ ਕਹਿੰਦੇ ਉੱਠ ਫਰੀਦਾ ਸੁੱਤਿਆ ਝਾੜੂ ਦੇ ਮਸੀਤ। ਗੁਰੂ ਗ੍ਰੰਥ ਸਾਹਿਬ 'ਚ ਸ਼ਬਦ ਹੀ ਨੇ, ਕਈ ਸ਼ਬਦ ਐਸੇ ਨੇ ਜਿਹੜੇ ਸਾਡੇ ਮਿਹਰਬਾਨ ਦੇ ਸ਼ਬਦ ਸਾਡੇ ਮੂੰਹ ਤੇ ਚੜੇ ਹੋਏ ਆ, ਮਿਹਰਬਾਨ ਦੇ ਸ਼ਬਦ, ਜਿਨ੍ਹਾਂ ਕਰਕੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਮਹਾਰਾਜ ਨੇ ਤਿਆਰ ਕੀਤਾ ਸੀ। ਤੇ ਮਾਲਕ ਜੀ ਇੰਨੇ ਵਿਦਵਾਨ ਜਿਹੜੇ ਕਹਿੰਦੇ ਨਾ ਹੋ ਜਤੀ ਸਤੀ ਨਹੀਂ ਪੜ੍ਹਿਆ, ਮੂਰਖ ਮੁਗਦਾ ਜਨਮ ਭਇਆ, ਮੈਂ ਮੂਰਖ ਹਾਂ। ਉਹ ਮੂਰਖ ਹੈ? ਗੁਰੂ ਸਾਹਿਬ ਜੀ ਮੂਰਖ ਨੇ? ਗੁਰੂ ਨਾਨਕ ਸਾਹਿਬ ਜੀ ਨਹੀਂ। ਉਹ ਮਾਲਕ ਦੀ ਬਖਸ਼ਿਸ਼ ਜਿਹੜੀ ਹੈ, ਨਿਮਰਤਾ ਤਾਂ ਆਉਂਦੀ ਹੈ ਜੇ ਹਿਰਦੇ ਦੇ ਵਿੱਚ ਗਰੀਬੀ ਹੈ, ਨਿਮਰਤਾ ਹੈ ਤਾਂ ਉੱਥੇ ਨਿਮਰਤਾ ਟਿਕੇਗੀ। ਜੇ ਨਿਮਰਤਾ ਹੈ, ਜੇ ਨਿਮਰਤਾ ਦੇ ਨਾਲ ਔਗੁਣਾਂ ਨੂੰ ਆਪਣੇ ਕਬੂਲ ਕਰਕੇ ਨਹੀਂ ਵੀ ਕਰਦੇ, ਮਹਾਰਾਜ ਮੈਂ ਮਾੜਾ ਆ ਇੰਝ ਕਹਿਣਾ, ਤੇ ਕੋਈ ਵੀ ਦੁਨੀਆ ਦਾ ਇਨਸਾਨ ਇਹ ਗੱਲ ਨਹੀਂ ਕਹਿੰਦਾ ਵੀ ਮੈਂ ਮਾੜਾ ਆ। ਮਹਾਰਾਜ ਕਹਿੰਦੇ ਬਾਣੀ 'ਚ, ਘਾਟ ਨਾ ਕਿੰਨੀ ਕਹਾਇਆ, ਕੋਈ ਘੱਟ ਨਹੀਂ ਕਹਾਉਂਦਾ। ਸਭ ਕਹਤੇ ਹੈ ਪਾਇਆ, ਸਾਰੇ ਕਹਿੰਦੇ ਅਸੀਂ ਰੱਬ ਨੂੰ ਪਾ ਲਿਆ। ਸਾਡੇ ਵਰਗਾ ਕੋਈ ਨਿਤਨੇਮੀ, ਸਾਡੇ ਵਰਗਾ ਕੋਈ ਗੁਰਸਿੱਖ, ਸਾਡੇ ਵਰਗਾ ਕੋਈ ਸ੍ਰੇਸ਼ਟ, ਸਾਡੇ ਵਰਗਾ ਗੁਣਵਾਨ, ਸਾਡੇ ਵਰਗਾ ਮਹਾਨ ਕੋਈ ਨਹੀਂ ਹੈ। ਬੰਦਾ ਕਹਿੰਦਾ ਫਿਦਰਤ ਹੈ ਹਰੇਕ ਇਨਸਾਨ ਦੀ, ਉਹ ਆਪਣੇ ਗੁਣਾਂ ਨੂੰ ਅੱਗੇ ਰੱਖਦਾ ਹੈ, ਔਗੁਣਾਂ ਨੂੰ ਨਹੀਂ ਰੱਖਦਾ। ਆਪਣੇ ਔਗੁਣ ਨਹੀਂ ਦੱਸਦਾ ਵੀ ਮੈਂ ਆਹ ਮਾੜਾ ਕਰਮ ਕੀਤਾ ਜੀ, ਮੈਂ ਤੇ ਬਹੁਤ ਮਾੜਾ ਹਾਂ, ਮੇਰੇ ਕੋਲ ਨਾ ਬੈਠ, ਤੂੰ ਵੀ ਮਾੜਾ ਹੋ ਜਾਏਗਾ, ਤੂੰ ਮੇਰੀ ਸੰਗਤ ਨਾ ਕਰ, ਮੈਂ ਪਾਪੀ ਹਾਂ, ਮੈਂ ਆਹ ਪਾਪ ਕਮਾ ਲਿਆ ਹੈ। ਕੋਈ ਕਹਿੰਦਾ ਹੈ? ਇੱਕ ਵਿਦਵਾਨ ਤੇ ਲਿਖਦਾ ਹੈ, ਕਹਿੰਦਾ ਇੰਨੇ ਪਾਪ ਨੇ ਸਾਡੇ, ਅਸੀਂ ਮਾਲਕ ਦੇ ਚਰਨਾਂ ਦੇ ਵਿੱਚ ਇੰਝ ਕਹਿ ਸਕਦੇ ਹਾਂ, ਮਹਾਰਾਜ ਸੱਚੇ ਪਾਤਸ਼ਾਹ ਸਾਡੇ ਔਗੁਣਾਂ ਨੂੰ ਨਾ ਵੇਖੀ। ਵੈਸੇ ਮਾਲਕ ਵੇਖਦਾ ਨਹੀਂ, ਜੇ ਔਗੁਣਾਂ ਨੂੰ ਵੇਖਣ ਲੱਗ ਜੇ ਕੋਈ ਇੱਥੇ ਨਾ ਬੈਠਾ ਹੋਵੇ, ਮੈਂ ਵੀ ਨਾ ਬੈਠਾ ਹੋਵਾਂ ਇੱਥੇ। ਜੇ ਮਹਾਰਾਜ ਔਗੁਣਾਂ ਨੂੰ ਵੇਖ ਕੇ ਇੱਥੇ ਬਿਠਾਉਂਦੇ ਹੋਣ ਨਾ, ਤੇ ਕੋਈ ਵੀ ਮਾਲਕ ਦੀ ਹਜ਼ੂਰੀ ਵਿੱਚ ਬੈਠ ਹੀ ਨਹੀਂ ਸਕਦਾ। ਕਿਉਂਕਿ ਜੇ ਲੇਖਾ, ਅਸੀਂ ਕਿਤੇ ਲੇਖਾ ਕਰਦੇ ਹਾਂ, ਅਸੀਂ ਕਹਿੰਦੇ ਹਾਂ ਵੀ ਮਹਾਰਾਜ 50 ਪਾਠ ਕਰਾਂਗੇ ਸਾਨੂੰ ਆਹ ਮਿਲ ਜਾਏ, ਲੇਖਾ ਕਰ ਲਿਆ ਵੀ ਸਿਰ ਨਾਲ ਸ਼ਰਤ ਲਾ ਲੇ ਜੀ, ਆਹ ਤੇਰਾ ਪਾਠ ਕਰਾਂਗੇ ਮੈਨੂੰ ਆਹ ਮਿਲ ਜਾਏ। ਕਹਿੰਦੇ ਨਾ ਅਸੀਂ ਕਹਿੰਦੇ ਸੁਖਣਾ ਸੁਖ ਲਈ, ਜਿਹੜੀ ਅਸੀਂ ਕਹਿੰਦੇ ਸੁੱਖ ਸੁੱਖੀ ਅਖੰਡ ਪਾਠ ਦੀ, ਸਹਿਜ ਪਾਠ ਦੀ ਜੀ, ਉਹ ਵੀ ਜਿਹੜੀ ਸੁਖਣਾ ਨਹੀਂ ਸੁਖਣੀ, ਉਹ ਸ਼ਰਤ ਲਾਉਣੀ ਆ ਮਹਾਰਾਜ ਦੀ। ਜੇ ਮਹਾਰਾਜ ਸਾਡੇ ਨਾਲ ਕਰ ਲਵੇ ਇਹ ਹਿਸਾਬ ਕਿਤਾਬ ਜਿਹੜਾ ਅਸੀਂ ਮਹਾਰਾਜ ਨਾਲ ਕਰਦੇ, ਸੋਚਣ ਵਾਲੀ ਗੱਲ ਹੈ। ਸਾਡੇ ਨਾਲ ਮਹਾਰਾਜ ਹਿਸਾਬ ਕਿਤਾਬ ਕਰ ਲੈਣ ਵੀ ਤੂੰ ਮੇਰੇ ਨਾਲ ਹਿਸਾਬ ਕਿਤਾਬ ਕਰਦਾ ਵੀ ਤੇਰਾ ਪਾਠ ਕਰੂੰਗਾ ਵੀ ਮੈਨੂੰ ਆਹ ਮਿਲ ਜਾਏ, ਤੇ ਜੇ ਮਿਲ ਗਿਆ ਤਾਂ ਕਬੀਰ ਕਾਮ ਪਰੇ ਹਰ ਸਿਮਰੀਏ, ਜਦੋਂ ਕੰਮ ਪੈਂਦਾ ਉਦੋਂ ਰੱਬ ਚੇਤੇ ਕਰਦੇ ਆ, ਉਦੋਂ ਕਹਿੰਦੇ ਆ ਜੀ ਸਾਨੂੰ ਅਸੀਂ ਇੰਨੇ ਪਾਠ ਕਰਾਂਗੇ, ਇੰਨੀ ਵਾਰੀ ਇੰਨੇ ਦਿਨ ਗੁਰਦੁਆਰੇ ਆਵਾਂਗੇ, ਝਾੜੂ ਲਾਵਾਂਗੇ, ਸੇਵਾ ਕਰਾਂਗੇ। ਕਾਮ ਪਰੇ ਹਰ ਸਿਮਰੀਏ, ਜਦੋਂ ਕੰਮ ਪੈਂਦਾ ਉਦੋਂ ਰੱਬ ਨੂੰ ਚੇਤੇ ਕਰਦੇ ਆ। ਐਸਾ ਸਿਮਰੋ ਨਿਤ, ਇਹੋ ਜੇ ਮਾਲਕ ਨੂੰ ਨਿਤ ਚੇਤੇ ਕਰ, ਅਮਰਾਪੁਰ ਬਾਸਾ ਕਰੋ ਹਰ ਗਿਆ ਬਹੋਰੇ ਬਿਤ। ਮਾਲਕ ਦੀਆਂ ਬਖਸ਼ਿਸ਼ਾਂ ਤਾਂ ਆ, ਮਾਲਕ ਦੀ ਰਹਿਮਤ ਤਾਂ ਹੈ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਨੂੰ ਚੇਤੇ ਕਰਦੇ ਆ, ਭਾਵਨਾ ਦੇ ਨਾਲ, ਪ੍ਰੇਮ ਦੇ ਨਾਲ ਉਹਦਾ ਸ਼ੁਕਰਾਨਾ ਕਰਨਾ ਸਾਡਾ ਫਰਜ਼ ਹੈ। ਸ਼ੁਕਰਾਨਾ ਇਹ ਨਹੀਂ ਕਿ ਅਸੀਂ ਆਸਾਨ ਕਰਦੇ ਹਾਂ, ਇੱਥੇ ਆ ਕੇ ਆਸਾਨ ਨਹੀਂ ਹੈ ਉਹ। ਜੇ ਅਸੀਂ ਉਹਦਾ ਨਾਂ ਲੈਂਦੇ ਉਹਨੇ ਵੱਡਾ ਨਹੀਂ ਹੋ ਜਾਣਾ, ਜੇ ਨਾਂ ਨਹੀਂ ਲੈਂਦੇ ਉਹਨੇ ਘਟ ਨਹੀਂ ਜਾਣਾ। ਵੱਡਾ ਨਾ ਹੋਵੇ ਘਾਟ ਨਾ ਜਾਏ, ਜੇ ਅਸੀਂ ਨਾਮ ਲੈਂਦੇ ਉਹਨੂੰ ਵੱਡਾ ਨਹੀਂ ਹੋ ਜਾਣਾ, ਜੇ ਨਹੀਂ ਲੈਂਦੇ ਉਹਨੇ ਘਟ ਨਹੀਂ ਜਾਣਾ। ਇਹ ਸਾਡਾ ਫਰਜ਼ ਹੈ,
ਸਾਡਾ ਫਰਜ਼ ਹੈ ਮਾਲਕ ਦਾ ਸ਼ੁਕਰਾਨਾ ਕਰਨਾ, ਜਿਹਨੇ ਸਾਨੂੰ ਆ ਦੇਹੀ ਦਿੱਤੀ ਹੈ। ਜਿਸ ਦੇਹੀ ਨੂੰ ਜਿਹੜੇ ਦੇਵਤੇ ਲੋਚਦੇ ਆ ਵੀ ਇਹ ਦੇਹੀ ਮਿਲ ਜਾਏ, ਅਸੀਂ ਇਹ ਦੇਹੀ ਦੇ ਨਾਲ ਆਪਣੀ ਇਸ ਮਨੁੱਖਾ ਜਨਮ ਦੇ ਵਿੱਚ ਆ ਕੇ ਆਪਣਾ ਜਨਮ ਮਰਨ ਕੱਟ ਸਕੀਏ, ਜੀਵਨ ਮੁਕਤ ਹੋ ਜਾਈਏ। ਅਸੀਂ ਸਾਨੂੰ ਆਵਾਗਾਉਣ ਦਾ ਚੱਕਰ ਨਾ ਪਵੇ, ਸਾਨੂੰ ਦੇਹੀ ਮਿਲ ਜਾਏ। ਇਹ ਦੇਹੀ ਦੇ ਵਿੱਚ ਹੀ, ਸਰੀਰ ਦੇ ਵਿੱਚ ਹੀ ਮਾਲਕ ਦੀਆਂ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਨੇ। ਬੜੇ ਸੋਹਣੇ ਬਚਨ ਕਵੀ ਨੇ ਕਹੇ, ਕਹਿੰਦਾ ਦੇਖ ਨਾ ਲੇਖ ਮੱਥੇ ਦੇ ਮੇਰੇ। ਬਾਬਾ ਫਰੀਦ ਜੀ ਕਹਿੰਦੇ ਇਹ ਨੇ ਦੋਸ਼ਾਂ ਮਾਰੀਏ, ਹਮ ਦੋਸ਼ਾਂ ਦਾ ਕਿਆ ਹਾਲ, ਜੇ ਉਹਦੇ ਘੜਿਆਲ ਤੇ ਸੱਟਾਂ ਵੱਜ ਰਹੀਆਂ ਨੇ ਉਹਦਾ ਕੋਈ ਦੋਸ਼ ਤੇ ਹੈ ਨਹੀਂ। ਬਾਬਾ ਫਰੀਦ ਜੀ ਕਹਿੰਦੇ ਵੀ ਸਾਡੇ ਦੋਸ਼ੀਆਂ ਦਾ ਕੀ ਹਾਲ ਹੋਏਗਾ, ਅਸੀਂ ਕਿੰਨੇ ਪਾਪ ਕਮਾਉਨੇ ਆ। ਤੇ ਕਵੀ ਨੇ ਬੜੇ ਪਿਆਰੇ ਬੋਲ ਲਿਖੇ ਹੈ, ਉਹ ਕਹਿੰਦਾ ਦੇਖ ਨਾ ਲੇਖ ਮੱਥੇ ਦੇ ਮੇਰੇ। ਮਹਾਰਾਜ ਸਾਡੇ ਮੱਥੇ ਦੇ ਲੇਖਾਂ ਨੂੰ ਨਾ ਦੇਖੀ, ਕਰਮਾਂ ਤੇ ਨਾ ਜਾਵੀਂ। ਜਿਹੜੇ ਸਾਡੇ ਕਰਮ ਹੈ ਨਾ ਮਹਾਰਾਜ, ਉਹਨਾਂ ਕਰਮਾਂ ਤੇ ਨਾ ਜਾਏ, ਸਾਡੇ ਕਰਮ ਤੇ ਬਹੁਤ ਹੀ ਮਾੜੇ ਹੈ। ਹਮਰੇ ਕਰਮ ਨਾ ਵਿਚਰੋ ਠਾਕਰ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਵਚਨ ਹੈ, ਹਮਰੇ ਕਰਮ ਨਾ ਵਿਚਰੋ ਠਾਕਰ, ਤੁਮ ਪੈਜ ਰੱਖੋ ਆਪਣੀ ਦੇ। ਮਹਾਰਾਜ ਤੁਮੇ ਆਪਣੀ ਪੈਜ ਮੀਨਜ ਇੱਜ਼ਤ ਰੱਖ ਲਓ ਸਾਡੀ। ਮਹਾਰਾਜ ਤੁਹਾਡਾ ਸੁਭਾਅ ਹੀ ਹੈ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ, ਜੋ ਸ਼ਰਨ ਆਵੇ, ਜਿਹੜਾ ਤੁਹਾਡੀ ਸ਼ਰਨ ਆ ਗਿਆ ਤਿਸ ਕੰਠ ਲਾਵੇ। ਇਹ ਬਿਰਧ, ਬਿਰਧ ਮੀਨਜ ਸੁਭਾਅ, ਇਹ ਮਹਾਰਾਜ ਜੀ ਦਾ ਸੁਭਾਅ ਹੈ। ਇਹ ਬਿਰਧ ਸੁਆਮੀ ਸੰਦਾ ਮਾਲਕ ਜੀ ਦਾ ਸੁਭਾਅ ਹੈ। ਜਿਹੜਾ ਉਹਦੀ ਚਰਨ ਸ਼ਰਨ ਵਿੱਚ ਆ ਗਿਆ ਉਹਨੂੰ ਬਖਸ਼ ਲੈਂਦਾ ਹੈ। ਉਹਦੇ ਔਗਣਾਂ ਨੂੰ ਮਾਲਕ ਜੀ ਨਹੀਂ ਵੇਖਦੇ, ਨਜ਼ਰ ਅੰਦਾਜ਼ ਕਰਦੇ। ਸਾਡੀ ਫਿਦਰਤ ਹੈ, ਅਸੀਂ ਬੰਦੇ ਦੇ ਵਿੱਚ 99 ਗੁਣ ਹੈ, ਉਹਨਾਂ ਨੂੰ ਨਜ਼ਰ ਅੰਦਾਜ਼ ਕਰ ਦਿਆਂਗੇ। ਇੱਕ ਉਹ ਤੋਂ ਔਗਣ ਹੋ ਗਿਆ, ਸਾਰੀ ਜ਼ਿੰਦਗੀ ਉਹਨੂੰ ਭੈੜੀ ਨਿਗਾਹ ਨਾਲ ਦੇਖਦੇ ਹਾਂ ਵੀ ਇਹ ਬਹੁਤ ਮਾੜਾ, ਪਰ ਆਪ ਦੇ ਔਗਣਾਂ ਨੂੰ ਨਹੀਂ ਦੇਖਦੇ। ਜੇ ਦੂਸਰੇ ਵੱਲ ਉਂਗਲੀ ਕਰਦੇ ਆ ਤੇ ਆ 3 ਉਂਗਲਾਂ ਸਾਡੇ ਵੱਲ ਵੀ ਹੁੰਦੀਆਂ ਵੀ ਤੂੰ ਆਪਣੇ ਅੰਦਰ ਵੀ ਝਾਤੀ ਮਾਰ। ਆਪਨੜੇ ਗਰੀਬਾਨ ਮੈਂ ਸਿਰ ਨੀਵਾ ਕਰ ਦੇਖ, ਤੂੰ ਵੀ ਸਿਰ ਨੀਵਾ ਕਰਕੇ ਵੇਖ, ਆਪਣੇ ਅੰਦਰ ਝਾਤੀ ਮਾਰ ਕੇ ਵੇਖ ਵੀ ਤੂੰ ਕਿੱਡਾ ਕੁ ਵੱਡਾ ਹੈ ਦੂਸਰੇ ਨੂੰ ਕਹਿਣ ਵਾਲੇ। ਫਿਰ ਬੰਦੇ ਨੂੰ ਪਤਾ ਲੱਗਦਾ ਵੀ ਮੈਂ ਤੇ ਬਹੁਤ ਮਾੜਾ ਹਾਂ, ਮੇਰੇ ਵਰਗਾ। ਕਹਿੰਦੇ ਇਉਂ ਨਜ਼ਰ ਅੰਦਾਜ਼ ਕਰਦੇ ਦੂਸਰਿਆਂ ਨੂੰ, ਉਹਦੇ ਔਗਣਾਂ ਨੂੰ। ਜੇ ਦੇਖ ਵੀ ਲਿਆ, ਦੇਖ ਕੇ ਅਣਡਿੱਠ ਕਰਦੇ। ਜੇ ਕਿਸੇ ਨੂੰ ਮਾੜਾ ਕਰਮ ਕਰਦਿਆਂ ਦੇਖ ਲਿਆ, ਜਾਂ ਕਿਸੇ ਦੇ ਗਲਤੀ ਨੂੰ ਵੇਖ ਲਿਆ, ਔਗਣ ਨੂੰ ਵੇਖ ਲਿਆ, ਉਹਨੂੰ ਇਉਂ ਛੱਡ ਦੇ ਜਿਵੇਂ ਆਪਣੇ ਔਗਣਾਂ ਨੂੰ ਛੱਡਦੇ। ਬੰਦਾ ਆਪਣੇ ਔਗਣ ਕਰਕੇ ਨਾ ਉਹਨੂੰ ਛੱਡ ਦਿੰਦਾ, ਭੁੱਲ ਜਾਂਦਾ ਵੀ ਮੈਂ ਤਾਂ ਕੀਤਾ ਹੀ ਨਹੀਂ। ਦੂਸਰਿਆਂ ਦੇ ਵੀ ਇੰਝ ਛੱਡ। ਦੇਖ ਨਾ ਲੇਖ ਮੱਥੇ ਦੇ ਮੇਰੇ, ਕਰਮਾਂ ਤੇ ਨਾ ਜਾਮੀ। ਰਹਿਮਤ ਦੀ ਭਰ ਕਾਨੀ ਬਾਬਾ, ਕਾਨੀ ਮਿਹਰ ਭਰੀ ਬਖਸ਼ਿਸ਼, ਉਹ ਰਹਿਮਤ ਦੀ ਕਾਨੀ ਭਰ ਲਾ ਮਹਾਰਾਜ। ਲੀਕ ਇਹਨਾਂ ਦੇ ਲਾਵੀਂ, ਜੇ ਤੇਰੀ ਚਰਨ ਸ਼ਰਨ ਵਿੱਚ ਆਇਆ ਸਾਡੇ ਔਗਣਾਂ ਤੇ ਲੀਕ ਲਾ ਦੇ, ਪਾਪਾਂ ਤੇ ਲੀਕ ਲਾ ਦੇ ਮਹਾਰਾਜ। ਜਿਹੜੇ ਇਹ ਕਮਾਏ ਹੋਏ ਨੇ ਪਾਪ, ਔਗਣ ਇਕੱਠੇ ਕੀਤੇ ਹੋਏ ਨੇ ਮਹਾਰਾਜ, ਇੰਨੇ ਇਕੱਠੇ ਕੀਤੇ ਉਹਨਾਂ ਲੀਕ ਮਾਰ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ। ਇਹ ਸਾਡਾ ਲੇਖਾ ਮੁਕਾ ਦੇ। ਹੁਣ ਨਵੇਂ ਸਿਰੋਂ ਸਾਡੀ ਜ਼ਿੰਦਗੀ ਜਿਹੜੀ ਸ਼ੁਰੂ ਕਰਵਾ ਦਿਓ ਮਹਾਰਾਜ, ਗੁਣਾਂ ਨਾਲ ਭਰਪੂਰ ਹੋ ਜਾਈਏ। ਇੰਝ ਬੇਨਤੀ ਕਰਨੀ ਮਹਾਰਾਜ ਦੇ ਚਰਨਾਂ ਦੇ ਵਿੱਚ ਆ ਕਰਕੇ। ਕਦੇ ਅਸੀਂ ਬੇਨਤੀ ਨਹੀਂ ਕਰਦੇ, ਮਹਾਰਾਜ ਜੀ ਤੇ ਕਹਿੰਦੇ ਆ, ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ। ਕੋਈ ਕਹਿੰਦਾ ਮੇਰੇ ਵਿੱਚ ਔਗਣ ਹੈ, ਮਹਾਰਾਜ ਜੀ ਕਹਿੰਦੇ ਹੈ ਜਿੰਨਾ ਸਾਗਰ ਸਮੁੰਦਰ ਪਾਣੀ ਨਾ ਭਰਿਆ, ਗਰੀਬ ਨਿਵਾਸ ਜੀ ਸਾਡੇ ਅੰਦਰ ਔਗਣ ਇੰਨੇ ਭਰੇ ਹੈ। ਦਇਆ ਕਰੋ ਕਿਛ ਮਿਹਰ ਪਾਵੋ, ਡੁੱਬਦੇ ਪੱਥਰ ਤਾਰੇ। ਤੁਸੀਂ ਮਹਾਰਾਜ ਪੱਥਰਾਂ ਵਰਗਿਆਂ ਨੂੰ, ਪੱਥਰ ਮੀਨਜ ਕਠੋਰ ਹਿਰਦੇ। ਪੱਥਰ ਦਾ ਮਤਲਬ ਇਹ ਨਹੀਂ ਪੱਥਰ ਜਿਹੜਾ ਆਮ ਪੱਥਰ ਹੈ, ਪੱਥਰ ਦਾ ਮਤਲਬ ਹੈ ਕਠੋਰ ਹਿਰਦੇ ਵਾਲੇ, ਜਿਹੜੇ ਬੰਦਾ ਮਾਰਨ ਲੱਗਿਆ ਝੱਟ ਲਾਉਂਦੇ ਸੀ। ਕੌਡੇ ਰਾਖਸ਼ ਵਰਗੇ। ਰਾਖਸ਼ ਤਾਂ ਗਿਆ ਹੈ ਬੰਦਾ ਹੀ ਸੀ, ਬੰਦਾ ਮਾਰਨ ਲੱਗਿਆ ਕਿਰਕ ਨਹੀਂ ਸੀ ਕਰਦਾ, ਝੱਟ ਹੀ ਬੰਦੇ ਨੂੰ ਖਤਮ ਕਰ ਦਿੰਦਾ ਸੀ। ਸੱਜਣ ਠੱਗ ਬਾਹਰੋਂ ਜਿਹੜਾ ਸੰਤਾਂ ਵਾਲਾ ਪਹਿਰਾਵਾ ਸੀ, ਚੋਲਾ ਬੜਾ ਵੱਡਾ ਪਾਇਆ ਸੀ, ਚਿੱਟੇ ਵਸਤਰ ਪਾਏ ਸੀ, ਹੱਥ 'ਚ ਮਾਲਾ ਫੜਦਾ ਸੀ, ਤੇ ਦੇਖਣ ਵਾਲੇ ਕਹਿੰਦੇ ਸੀ ਇਹਦੇ ਵਰਗਾ ਤੇ ਕੋਈ ਮਹਾਤਮਾ ਨਹੀਂ। ਬਾਹਰੋਂ ਜਿਹੜਾ ਦਿਖਦਾ ਉਹ ਅੰਦਰ ਉਹ ਨਹੀਂ ਹੁੰਦਾ, ਜ਼ਰੂਰੀ ਨਹੀਂ ਵੀ ਉਹ ਅੰਦਰ ਵੀ ਉਹ ਜਿਹਾ ਹੋਵੇ। ਜਿਹੜਾ ਬਾਹਰੋਂ ਵੇਖਦਾ ਸੀ, ਬਾਹਰੋਂ ਵੇਖਦੇ ਅਸੀਂ ਕਹਿੰਦੇ ਚਿੱਟੇ ਕੱਪੜੇ ਪਾਇਆ ਜੇ ਤਾਂ ਬਹੁਤ ਗੁਣੀ ਗਿਆਨੀ, ਪਰ ਅੰਦਰੋਂ ਤੇ ਮਾਲਕ ਜਾਣਦਾ ਕਿੰਨੇ ਕੁ ਗੁਣੀ ਗਿਆਨੀ ਅਸੀਂ। ਮਹਾਰਾਜ ਜਾਣਦਾ ਚਿੱਟੇ ਜਿਨਕੇ ਕੱਪੜੇ, ਮੈਲੇ ਚਿੱਤ ਕਠੋਰ ਜੀਓ, ਬੱਗਾ ਬੱਗੇ ਕੱਪੜੇ, ਤੀਰਥ ਮੰਝ ਬਸਨ, ਘੁੱਟ ਘੁੱਟ ਜੀਆਂ ਖਾਬਣੇ। ਬੱਗੇ ਨਾ ਕਹੀਏ, ਬੱਗਾ ਬਗਲਾ ਜਿਹੜਾ ਹੈ ਉਹ ਵੀ ਚਿੱਟਾ ਹੈ, ਤੇ ਉਹ ਕੀ ਕਰਦਾ ਹੈ, ਉਹ ਡੱਡੀਆਂ ਤੇ ਮੱਛੀਆਂ ਨੂੰ ਖਾਂਦਾ ਹੈ।
ਤੇ ਉਹ ਵਿਚਾਰੀਆਂ ਆਉਂਦੀਆਂ ਨੇ ਵੀ ਦੇਖੋ ਸਾਡੀ ਨਗਰੀ 'ਚ ਮਹਾਤਮਾ ਜੀ ਆ, ਇੱਕ ਲੱਤ ਜੀ ਖੜੀ ਕਰਕੇ ਛੱਪੜ 'ਚ ਖੜ ਜਾਂਦਾ, ਦੇਖਿਆ ਨਾ ਬਗਲਾ, ਇੱਕ ਲੱਤ ਆਪਣੀ ਤਾਂ ਚੱਕ ਲੈਂਦਾ, ਪਖੰਡ ਕਰਦਾ। ਤੇ ਜਿਹੜੀਆਂ ਡੱਡੀਆਂ ਮੱਛੀਆਂ ਉਹ ਚਰਨ ਸ਼ਰਨ ਵਿੱਚ ਆਉਂਦੀਆਂ ਵੀ ਮਹਾਤਮਾ ਜੀ ਤਪੱਸਿਆ ਕਰ ਰਿਹਾ ਆਪਣੀ ਨਗਰੀ, ਚਲੋ ਦਰਸ਼ਨ ਕਰੀਏ, ਲੈਣ ਬਣਾ ਕੇ ਆਉਂਦੀਆਂ, ਪਿੱਛੇ ਵਾਲੀ ਨੂੰ ਚੱਕੀ ਜਾਂਦਾ, ਸਾਰੀਆਂ ਖਾ ਜਾਂਦਾ। ਜਦੋਂ ਇੱਕ ਰਹਿ ਜਾਂਦੀ ਦੇਖਦੀਆਂ ਫਿਰ ਉਹ ਪਤਾ ਲੱਗਦਾ ਇਹ ਤਾਂ ਪਖੰਡੀ ਹੈ। ਪਖੰਡੀ ਨਾਲ ਤਸ਼ਬੀਹ ਦਿੱਤੀ ਹੈ ਬਗਲੇ ਦੀ ਵੀ ਜਿਹੜੇ ਬਾਹਰੋਂ ਜਿਹੜੇ ਆ ਉਹ ਪਖੰਡੀ ਵੀ ਹੈ, ਜਿਹੜੇ ਬਾਹਰੋਂ ਕੱਪੜੇ ਪਾਇਆ ਪਰ ਅੰਦਰੋਂ ਉਹਨਾਂ ਦੇ ਜਤ ਸਤ ਸ਼ੁਭ ਗੁਣ ਤੇ ਚੰਗਿਆਈਆਂ ਨਹੀਂ। ਤੇ ਸੱਜਣ ਠੱਗ ਨੂੰ ਦੇਖ ਕੇ ਲੋਕ ਭਰਮ ਜਾਂਦੇ ਸੀ, ਅੱਜ ਵੀ ਪਖੰਡੀ ਬੜੇ ਹੈ। ਦੇਹ ਧਾਰੀ ਗੁਰੂ ਡੰਮ ਬਹੁਤ ਪਖੰਡੀ ਹੈ, ਜ਼ਿਆਦਾਤਰ ਅਸੀਂ ਪਖੰਡੀਆਂ ਤੋਂ ਲੁੱਟੇ ਜਾਂਦੇ ਹਾਂ। ਕੱਲ ਵੀ ਬੇਨਤੀ ਕੀਤੀ ਸੀ, ਜਿਹਨੂੰ ਪਿਤਾ ਜੀ ਕਹਿੰਦੇ ਆ ਤੇ ਉਹ ਪਿਤਾ ਜੀ ਕਹਾਉਣ ਦਾ ਹੱਕ ਵੀ ਨਹੀਂ, ਕਿਉਂਕਿ ਐਸੇ ਪਿਤਾ ਜੀ ਨਹੀਂ ਜਿਹੜੇ ਉਹਨਾਂ ਦੇ ਕਰਮ ਪਿਤਾ ਜੀ ਨਹੀਂ, ਦਸ਼ਮੇਸ਼ ਪਿਤਾ ਜੀ ਨੇ ਸਾਡੇ, ਤੇ ਵੋਟਾਂ ਕਰਕੇ ਉਹ ਪਿਤਾ ਜੀ ਨੂੰ ਵੀ ਛੱਡ ਰਹੇ। ਮੈਂ ਹੈਰਾਨ ਹਾਂ, ਜਿਹੜੇ ਇੰਨੇ ਪਾਪ ਕੀਤੇ ਆ, ਔਗੁਣ ਕੀਤੇ ਹੈ, ਕੀ ਕਾਨੂੰਨ ਹੈ? ਕੋਈ ਕਾਨੂੰਨ ਨਹੀਂ। ਉਹਨੂੰ ਵੋਟਾਂ ਕਰਕੇ ਕਹਿੰਦੇ ਜਿਹਨੂੰ ਛੱਡ ਕੇ, ਕਿਉਂ ਵੋਟਾਂ ਬਹੁਤ ਨੇ। ਦੇਖੋ ਬੰਦੇ ਦੇ ਔਗੁਣ ਵੀ ਜਿਹੜੇ ਆ ਉਹ ਛੁਪ ਜਾਂਦੇ ਆ। ਤੇ ਇਹਨਾਂ ਸਮਿਆਂ ਦੇ ਵਿੱਚ ਮਾਲਕ ਦੇ ਦਰ ਤੋਂ ਦੁਨੀਆ ਦਾ ਕਾਨੂੰਨ ਜਿਹੜਾ ਹੈ ਉਹ ਝੂਠੇ ਨੂੰ ਸੱਚਾ ਬਣਾ ਦਿੰਦਾ ਹੈ, ਸੱਚੇ ਨੂੰ ਝੂਠਾ ਬਣਾ ਦਿੰਦਾ ਹੈ, ਦੁਨੀਆ ਦਾ ਕਾਨੂੰਨ, ਪਰ ਮਾਲਕ ਦਾ ਕਾਨੂੰਨ ਨਹੀਂ। ਜੇ ਇੱਥੇ ਕੋਈ ਵੀ ਬੰਦਾ ਪਾਪ ਕਰਕੇ ਵੀ ਆਉਂਦਾ ਹੈ ਤੇ ਮਾਲਕ ਦੇ ਕੋਲੋਂ ਪਾਪਾਂ ਦੀ, ਆਪਣੇ ਔਗੁਣਾਂ ਦੀ ਕਬੂਲਗੀ ਕਰ ਲੈਂਦਾ, ਮਹਾਰਾਜ ਮੇਰੇ ਤੋਂ ਹੋ ਗਿਆ ਹੈ ਪਾਪ, ਤੇ ਮਾਲਕ ਜੀ ਉਹਦੇ ਪਾਪਾਂ ਨੂੰ ਬਖਸ਼ ਦਿੰਦੇ ਹੈ। ਸੱਜਣ ਠੱਗ ਜਿਹੜਾ ਲੋਕਾਂ ਨੂੰ ਮਾਰਦਾ ਸੀ, ਮਾਰ ਕੇ ਉਹਨਾਂ ਨੂੰ ਖੂਹ ਦੇ ਵੱਡੇ ਵੱਡੇ ਖੂਹ ਭਰ ਦਿੱਤੇ ਸੀ, ਤੇ ਮਹਾਰਾਜ ਨੂੰ ਮਾਰਨ ਵਾਸਤੇ ਤਿਆਰ ਵਰ ਤਿਆਰ ਹੋ ਕੇ ਬੈਠ ਗਿਆ। ਅੱਧੀ ਰਾਤ ਨੂੰ ਦੇਖਦਾ ਕਦੋਂ ਸੌਣਗੇ ਤੇ ਕਦੋਂ ਮੈਂ ਇਹਨਾਂ ਨੂੰ ਖਤਮ ਕਰਾਂ। ਗੁਰੂ ਨਾਨਕ ਸਾਹਿਬ ਜੀਆਂ ਨੂੰ ਅੱਧੀ ਰਾਤ ਨੂੰ ਤਾਕ ਦੇ ਵਿੱਚ ਬੈਠਾ, ਤਾਕ ਦੇ ਵਿੱਚ ਮਹਾਰਾਜ ਮੁਸਕਰਾ ਪਏ, ਦੇਖ ਲਿਆ ਉੱਲੇ ਹੁੰਦਾ ਜਦੋਂ ਟੇਢੀ ਜਿਹੀ ਅੱਖ ਕਰਕੇ ਦੇਖਦਾ ਵੀ ਸੁੱਤੇ ਨਹੀਂ ਅਜੇ। ਗੁਰੂ ਨਾਨਕ ਸਾਹਿਬ ਜੀ ਨੇ ਵੇਖ ਲਿਆ, ਵੇਖ ਕੇ ਭਾਈ ਮਰਦਾਨਾ ਜੀ ਨੂੰ ਕਹਿੰਦੇ, ਮਰਦਾਨਿਆਂ ਹੱਸ ਕੇ ਕਹਿੰਦੇ, ਸੂਹੀ ਰਾਗ ਦਾ ਅਲਾਪ ਛੇੜ। ਸੂਹੀ ਰਾਗ ਭਾਈ ਮਰਦਾਨਾ ਜੀ ਨੇ ਰਬਾਬ ਦੇ ਨਾਲ ਸੁਰਾਂ ਨੂੰ ਛੇੜਿਆ, ਤਾਰ ਦੇ ਉੱਤੇ ਗੱਜ ਫੇਰਿਆ, ਸੂਹੀ ਰਾਗ ਦੀਆਂ ਧੁਨਾਂ ਨਿਕਲੀਆਂ, ਬਾਬੇ ਨੇ ਸ਼ਬਦ ਗਾਵਿਆ, ਉਜਲ ਕਹਿਹਾਂ ਚਲਕਾਉਣਾ, ਕੋਟਮ ਕਾਲੜੀ ਮਸ, ਧੋਤਿਆਂ ਜੂਠ ਨਾ ਉਤਰੈ, ਜੇ 100 ਧੋਬਾਂ ਤਿਸ, ਸਥਾਈ ਬਣਾ ਕੇ ਮਹਾਰਾਜ ਬਾਰ-ਬਾਰ ਇਹ ਪੰਗਤੀ ਪੜ੍ਹਦੇ ਰਹੇ। ਸੱਜਣ ਸੇਈ ਨਾਲ ਮੈਂ ਚਲਦਿਆਂ ਨਾਲ ਚਲੰਨ, ਜਿੱਥੇ ਲੇਖਾ ਮੰਗੀ ਹੈ ਤਿੱਥੇ ਖੜੇ ਦਸੰਨ। ਮਹਾਰਾਜ ਜਦੋਂ ਬਾਰ-ਬਾਰ ਪੜ੍ਹਦੇ ਰਹੇ, ਪਤਾ ਸੀ ਸੱਜਣ ਦਾ ਨਾਂ, ਤਾਹਾਂ ਮਾਰ ਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਓਹਲੇ ਹੋ ਕੇ ਵੇਖ ਰਿਹਾ ਸੀ, ਚਰਨਾਂ ਤੇ ਡਿੱਗ ਪਿਆ। ਮਹਾਰਾਜ ਮੁਸਕਰਾ ਪਏ, ਹੱਸ ਪਏ, ਕੀਰਤਨ ਬੰਦ ਹੋਇਆ, ਉਹ ਰੋਈ ਜਾ ਰਿਹਾ ਧਾਹਾਂ ਮਾਰ ਕੇ। ਮਹਾਰਾਜ ਕਹਿੰਦੇ ਤੇਰਾ ਨਾਂ ਕੀ ਹੈ? ਪਤਾ ਤਾਂ ਸੀ, ਉਹਦੇ ਕਰਕੇ ਤੇ ਮਹਾਰਾਜ ਉੱਥੇ ਗਏ ਆ ਤਲੰਬੇ ਨਗਰ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੇਰਾ ਨਾਂ ਕੀ? ਕਹਿੰਦਾ ਜੀ ਸੱਜਣ। ਮਹਾਰਾਜ ਕਹਿੰਦੇ ਸੱਜਣ ਦਾ ਅਰਥ ਕੀ? ਕਹਿੰਦਾ ਜੀ ਮਿੱਤਰ। ਤੇ ਮਹਾਰਾਜ ਕਹਿੰਦੇ ਮਿੱਤਰ ਕੌਣ? ਜਿਹੜਾ ਦੁੱਖ ਤੇ ਬਿਪਤਾ ਵਿੱਚ ਕੰਮ ਆਉਂਦਾ ਉਹਨੂੰ ਮਿੱਤਰ ਕਿਹਾ ਜਾਂਦਾ। ਤੂੰ ਕਿੰਨੇ ਪਾਪ ਕੀਤੇ ਐ, ਕਿੰਨੇ ਲੋਕਾਂ ਨੂੰ ਮਾਰਿਆ, ਸੱਚੋ ਸੱਚ ਦੱਸ। ਧਾਹਾਂ ਮਾਰ ਕੇ ਕਹਿੰਦਾ ਮਹਾਰਾਜ ਗਿਣਤੀ ਕੋਈ ਨਹੀਂ, ਇੰਨੇ ਬੰਦਿਆਂ ਨੂੰ ਮੈਂ ਮਾਰ ਮੁਕਾ ਹੀ ਦਿੱਤਾ, ਤੇ ਉਹਨਾਂ ਦੀ ਅਲਖੀ ਮੁਕਾਤੀ, ਪਤਾ ਹੀ ਨਹੀਂ, ਖਪਾ ਦਿੱਤੇ, ਖੂਹਾਂ ਦੇ ਖੂਹ ਭਰ ਦਿੱਤੇ। ਮਹਾਰਾਜ ਮੈਨੂੰ ਬਖਸ਼ ਲਓ। ਕਹਿੰਦਾ ਮੈਂ ਇੰਨੇ ਪਾਪ ਕਮਾਏ ਆ ਮਹਾਰਾਜ, ਮੈਨੂੰ ਢੋਈ ਨਹੀਂ ਮਿਲ ਸਕਦੀ। ਜਿਹੜੇ ਤੁਸੀਂ ਬਚਨ ਪੜ੍ਹ ਰਹੇ ਸੀ ਮਹਾਰਾਜ, ਮੈਨੂੰ ਕਹਿ ਕੇ ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲੰਨ, ਮੇਰੇ ਤੀਰ ਵੱਜ ਰਹੇ ਸੀ ਮਹਾਰਾਜ, ਮੇਰੇ ਤੋਂ ਇੱਕ ਵੀ ਖਿਣ, ਮੈਂ ਮਾਰਨ ਵਾਸਤੇ ਤੁਹਾਨੂੰ ਆਇਆ ਸੀ, ਮੈਂ ਤੁਹਾਡੇ ਬਚਨਾਂ ਕਰਕੇ, ਤੁਹਾਡੇ ਇਹ ਸ਼ਬਦ ਜਿਹੜੇ ਨੇ ਤੀਰਾਂ ਬਾਗ ਵੱਜੇ, ਮੈਂ ਮਰ ਗਿਆ ਮਹਾਰਾਜ ਤੁਹਾਡੇ ਬਚਨਾਂ ਦੇ ਨਾਲ। ਤੁਹਾਡੇ ਬਚਨ ਮੈਨੂੰ ਤੀਰਾਂ ਵਾਂਗ ਵੱਜੇ ਤੇ ਮੈਂ ਤੁਹਾਡੇ ਬਚਨਾਂ ਤੋਂ ਮਰ ਮਿਟ ਗਿਆ। ਮੈਨੂੰ ਬਖਸ਼ ਲਓ ਗਰੀਬ ਨਵਾਜ, ਮੇਰਾ ਭਲਾ ਹੋ ਸਕਦਾ ਹੈ? ਮਹਾਰਾਜ ਕਹਿੰਦੇ ਭਲਾ ਹੋ ਸਕਦਾ ਹੈ। ਜਿਵੇਂ ਤੂੰ ਲੁਕਾਈ ਨੂੰ ਲੁੱਟਿਆ, ਉਸੇ ਤਰ੍ਹਾਂ ਲੁਕਾਈ ਦੇ ਵਿੱਚ ਸੇਵਾ ਜੇ ਕਰੇ, ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਾਹ ਬੈਸਣ ਪਾਈਏ। ਜੇ ਲੁਕਾਈ ਦੀ ਸੇਵਾ ਕਰੇ ਫਿਰ ਉਹ ਸੱਜਣ ਠੱਗ, ਸੱਜਣ ਸੰਤ ਬਣ ਕੇ ਫਿਰ ਉਹ ਸਾਰਾ ਧਨ ਦੌਲਤ ਉਹਨੇ ਲਟਾ ਦਿੱਤਾ, ਗਰੀਬਾਂ ਦੀ ਸੇਵਾ ਕੀਤੀ, ਫਿਰ ਉਹਨੇ ਮਾਲਕ ਦੀਆਂ ਖੁਸ਼ੀਆਂ ਨੂੰ ਪ੍ਰਾਪਤ ਕਰ ਲਿਆ। ਤੇ ਸੱਜਣ ਠੱਗ ਵਰਗੇ ਜੇ ਬਖਸ਼ੇ ਜਾ ਸਕਦੇ ਹੈ, ਕੌਡੇ ਰਾਖਸ਼ ਵਰਗੇ ਜਿਹੜੇ ਬੰਦਾ ਮਾਰਨ ਲੱਗਿਆ ਕਿਰਕ ਨਹੀਂ ਸੀ ਕਰਦੇ, ਇੱਕ ਖਿੰਨ ਦੇ ਵਿੱਚ ਬੰਦਾ ਮਾਰ ਦਿੰਦੇ ਸੀ, ਤੇ ਮਾਲਕ ਜੀ ਸਾਨੂੰ ਕਿਉਂ ਨਾ ਬਖਸ਼ਣਗੇ? ਅਸੀਂ ਤੇ ਬੰਦੇ ਨਹੀਂ ਮਾਰੇ, ਅਸੀਂ ਤੇ ਉਹ ਜੇ ਪਾਪ ਨਹੀਂ ਕੀਤੇ।
ਤੇ ਬਾਬਾ ਫਰੀਦ ਜੀ ਕਹਿੰਦੇ ਦੋਸ਼ ਜ਼ਰੂਰ ਨੇ, ਦੋਸ਼ ਸਾਡੇ ਵਿੱਚ ਜ਼ਰੂਰ ਨੇ, ਇਹ ਹੈ ਮਹਾਰਾਜ ਜੀ ਦੋਸ਼ੀ ਨਹੀਂ। ਉਹ ਤੇ ਕਹਿੰਦੇ ਆ ਵੀ ਸਮੁੰਦਰ ਵਰਗੇ, ਜਿਵੇਂ ਸਮੁੰਦਰ 'ਚ ਪਾਣੀ ਹੈ ਉਵੇਂ ਸਾਡੇ 'ਚ ਦੋਸ਼ ਹੈ। ਤੇ ਜੇ ਮਹਾਰਾਜ ਕਹਿ ਰਹੇ ਅਸੀਂ ਕਿਉਂ ਨਹੀਂ ਕਹਿ ਸਕਦੇ? ਅਸੀਂ ਕਿਉਂ ਨਹੀਂ? ਅਸੀਂ ਤੇ ਮੰਨਦੇ ਨਹੀਂ ਕਿ ਵੀ ਅਸੀਂ ਦੋਸ਼ੀ ਹਾਂ। ਤੇ ਬਾਬਾ ਜੀ ਕਹਿੰਦੇ ਨੇ ਇਹ ਘੜਿਆਲ ਤੇ ਸੱਟਾਂ ਵੱਜ ਰਹੀਆਂ। ਬਾਬਾ ਫਰੀਦ ਜੀ ਕਹਿੰਦੇ ਅੱਜ ਦੇ ਪਾਵਨ ਸ਼ਲੋਕ ਦੇ ਵਿੱਚ, ਕਹਿੰਦੇ ਜੇ ਉਹ ਨਿਰਦੋਸ਼ ਮਾਰਿਆ ਜਾ ਰਿਹਾ ਤੇ ਦੋਸ਼ੀ ਦਾ ਕੀ ਹਾਲ ਹੋਏਗਾ ਜਿਹਨੇ ਦੋਸ਼ ਕੀਤਾ ਹੈ। ਜੇ ਦੋਸ਼ ਕਰਕੇ ਕੋਈ ਕਬੂਲ ਕਰ ਲੇ, ਜਿਹੜੀ ਮੈਂ ਬੇਨਤੀ ਕਰ ਰਿਹਾ ਸੀ, ਉਹਦੀ ਸਜ਼ਾ ਘਟ ਜਾਂਦੀ ਹੈ, ਉਹਨੂੰ ਜੱਜ ਵੀ ਮਾਫੀ ਦੇ ਦਿੰਦਾ। ਪੁਲਿਸ ਵਾਲੇ ਇੱਥੇ ਦੇਖੋ ਕਿੰਨਾ ਸੋਹਣਾ ਕਾਨੂੰਨ ਹੈ। ਕੋਈ ਗਲਤੀ ਕਰ ਲਈ, ਆਪਾਂ ਗੱਡੀ ਚਲਾਉਂਦੇ ਹਾਂ, ਕੋਈ ਗਲਤੀ ਹੋ ਗਈ, ਪਿੱਛੇ ਪੁਲਿਸ ਵਾਲਾ ਆ ਗਿਆ, ਹਾਂ ਵੀ ਤੂੰ ਆ ਗਲਤੀ ਕੀਤੀ ਆ, ਉਹਦੀ ਜੀ ਸੌਰੀ ਮੈਂ ਗਲਤੀ ਹੋ ਗਈ ਹੈ, ਉਹ ਕਹਿੰਦਾ ਚਲੇ ਜਾ, ਚਲ ਛੱਡ ਦਿੰਦੇ ਆ, ਕੋਈ ਗੱਲ ਨਹੀਂ ਗੀ, ਕੋਈ ਪ੍ਰੋਬਲਮ ਨਹੀਂ। ਕੋਈ ਗਲਤੀ ਹੋ ਗਈ ਵੀ ਉਹ ਕਹਿੰਦੇ ਜੇ ਮੰਨ ਲਿਆ ਗਲਤੀ ਨੂੰ, ਅਗਲੇ ਦੇ ਮਨ 'ਚ ਦਿਆ ਕਿ ਚੱਲ ਸੌਰੀ ਕਹਿਤੀ ਬਸ ਠੀਕ ਹੈ। ਤੇ ਜੇ ਗਲਤੀ ਨਾ ਮੰਨੇ ਬੰਦਾ, ਫਿਰ ਬੰਦਾ ਗਲਤੀ ਤੇ ਗਲਤੀ ਕਰਦਾ, ਫਿਰ ਉਹ ਜਿਹੜਾ ਪਾਪ ਹੋ ਜਾਂਦਾ, ਉਹ ਦੋਸ਼ ਹੋ ਜਾਂਦਾ। ਗਲਤੀ ਤੇ ਗਲਤੀ ਜਿਹੜਾ ਕਰਦਾ ਹੈ ਉਹ ਫਿਰ ਪਾਪੀ ਹੋ ਜਾਂਦਾ, ਦੋਸ਼ੀ ਹੋ ਜਾਂਦਾ ਹੈ। ਜਿੰਨੇ ਵੀ ਮਸ਼ਕੀਨ ਜੀ ਕਹਿੰਦੇ ਹੁੰਦੇ ਸੀ ਆ ਜੇਲ੍ਹਾਂ ਦੇ ਵਿੱਚ 10 ਨੰਬਰੀਏ ਚੋਰ, ਡਕੈਤ, ਲੁਟੇਰੇ, ਜਿੰਨੇ ਵੀ ਬੰਦੇ ਆ, ਉਹ ਇਹ ਥੋੜ੍ਹਾ ਕਹਿੰਦੇ ਆ ਵੀ ਅਸੀਂ ਕੀਤਾ ਕੋਈ ਮਾੜਾ ਕਰਮ। ਉਹ ਕਹਿੰਦੇ ਸਾਤੋਂ ਹੋ ਗਿਆ। ਜਿਹੜੇ ਕਈ ਬੰਦੇ ਪਛਤਾਉਂਦੇ ਆ ਫਿਰ ਜੇਲ੍ਹ ਵਿੱਚ ਵੀ ਸਾਤੋਂ ਪਤਾ ਨਹੀਂ ਕਿਵੇਂ ਹੋ ਗਿਆ ਹੈ, ਰੋਂਦੇ ਆ ਜਦੋਂ 20-20 ਸਾਲਾਂ ਦੀ ਹੋ ਜਾਂਦੀ, 10-10 ਸਾਲਾਂ ਦੀ ਸਜ਼ਾ ਜਿਹੜੀ ਕੱਟ ਕੇ ਆਉਂਦੇ ਆ। ਉਹ ਕਹਿੰਦੇ ਸਾਡੀ ਮੱਤ ਹੀ ਮਾਰੀ ਗਈ। ਮਸਕੀਨ ਜੀ ਕਹਿੰਦੇ ਬੰਦੇ ਦੇ ਪ੍ਰਭਾਵ ਹੀ ਇਸ ਤਰ੍ਹਾਂ ਦਾ ਪੈ ਜਾਂਦਾ ਹੈ। ਔਗਣ ਜਿਹੜੇ ਬੰਦੇ ਦੇ ਜ਼ਿਆਦਾ ਨੇ, ਦੋਸ਼ ਜ਼ਿਆਦਾ ਨੇ, ਉਹਦੇ ਕਰਕੇ ਉਹਦੇ ਅੰਦਰ ਗੁਣ ਜਿਹੜਾ ਪ੍ਰਗਟ ਨਹੀਂ ਹੁੰਦਾ, ਉਹ ਔਗਣ ਤਾਂ ਕਮਾਉਂਦਾ ਬੰਦਾ। ਕਿੰਨੇ ਔਗਣ ਹੈ ਸਾਡੇ ਅੰਦਰ। ਇਹ ਸਰੀਰ ਕੂੜਕ ਸੱਤ ਭਰਿਆ, ਕੂੜ ਦੇ ਨਾਲ ਸੱਤ ਨਹੀਂ, ਹਿਰਦੇ 'ਚ ਕੁਸੱਤ ਹੈ, ਕੂੜ ਹੈ, ਕੁਸੱਤ ਹੈ। ਗਲ ਤਾਈ ਪਾਪ ਕਮਾਏ, ਗਲ ਤੱਕ ਭਰਿਆ ਹੈ। ਤੂੜੀ ਵਾਲਾ ਕੋਠਾ ਤੁੰਨ ਕੇ ਭਰ ਦਿੰਦੇ ਆ, ਕਹਿੰਦੇ ਇੱਕ ਟਰਾਲੀ ਹੋਰ ਪਾ ਦਿਓ, ਹੋਰ ਇਹਨੂੰ ਲਤੜ ਲਓ। ਉਵੇਂ ਮਹਾਰਾਜ ਕਹਿੰਦੇ ਤੁੰਨ ਕੇ ਭਰਿਆ, ਗਲ ਤਾਈ ਪਾਪ ਕਮਾਏ। ਗਲ ਤਾਈਆਂ ਭਰਿਆ ਸਰੀਰ ਸਾਡਾ ਔਗਣਾਂ ਨਾਲ। ਸੱਜਣ ਠੱਗ ਬਖਸ਼ਿਆ ਗਿਆ। ਬੜੇ ਸੋਹਣੇ ਕਿਸੇ ਕਵੀ ਦੇ ਬਚਨ ਮੈਨੂੰ ਯਾਦ ਆ ਰਹੇ ਆ। ਉਹ ਲਿਖਦਾ ਹੈ, ਕੌਡਾ ਸੀ ਜੋ ਕੌਡੀਆਂ ਦਾ ਲੱਖਾਂ ਦਾ ਬਣਾਏ ਦਿੱਤਾ। ਕੌਡਾ ਸੀ ਜੋ ਕੌਡੀਆਂ ਦਾ ਲੱਖਾਂ ਦਾ ਬਣਾਏ ਦਿੱਤਾ। ਚੋਰ ਮਨ ਹੋਰ ਹੋਇਆ, ਰੋਏ ਕੇ ਪੁਕਾਰਿਆ। ਰੋ ਕੇ ਪੁਕਾਰਾਂ ਕਰਦਾ, ਮਹਾਰਾਜ ਮੈਂ ਬਹੁਤ ਬੰਦਿਆਂ ਨੂੰ ਮਾਰ ਦਿੱਤਾ, ਉਹਨਾਂ ਦਾ ਮਾਸ ਵੀ ਖਾਧਾ। ਕੌਡਾ ਰਾਖਸ਼ ਕਹਿੰਦਾ, ਮਹਾਰਾਜ ਮੇਰਾ ਭਲਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਖਸ਼ ਦਿੱਤਾ। ਲੱਖਾਂ ਦਾ ਬਣਾ ਦਿੱਤਾ। ਕੌਡਾ ਕੌਡੀਆਂ ਵਰਗਾ ਸੀ, ਜਿਹਦਾ ਕੋਈ ਮੁੱਲ ਨਹੀਂ ਸੀ, ਕੌਡੀ ਦਾ ਕੋਈ ਮੁੱਲ ਨਹੀਂ, ਲੱਖਾਂ ਦਾ ਬਣਾਤਾ। ਮਾਲਕ ਦੀ ਚਰਨ ਸ਼ਰਨ ਵਿੱਚ ਆਇਆ ਜਦੋਂ। ਸੱਜਣ ਦੇ ਨਾਮ ਹੇਠਾਂ ਠੱਗ ਦਾ ਜਹਾਨ ਸਾਰਾ, ਠੱਗਿਆ ਗਿਆ ਆਪ ਹੱਥ ਕੰਨਾਂ ਨੂੰ ਲਗਾ ਲਿਆ। ਜਿਹੜਾ ਦੁਨੀਆ ਨੂੰ ਠੱਗਦਾ ਸੀ ਸੱਜਣ ਠੱਗ, ਬਾਬੇ ਨਾਨਕ ਜੀ ਦੇ ਬਚਨਾਂ ਤੋਂ ਠੱਗਿਆ ਗਿਆ। ਕੰਨਾਂ ਨੂੰ ਹੱਥ ਲਗਾ ਕੇ ਮਾਫੀਆਂ ਮੰਗਦਾ, ਮਹਾਰਾਜ ਮੇਰਾ ਭਲਾ। ਮਹਾਰਾਜ ਕਹਿੰਦੇ ਭਲਾ ਹੋ ਸਕਦਾ ਜਿਵੇਂ ਤੂੰ ਪਾਪ ਕਮਾਇਆ ਉਵੇਂ ਪੁੰਨ ਕਮਾ। ਉਵੇਂ ਮਹਾਰਾਜ ਕਹਿੰਦੇ ਭਲਾ ਕਰ, ਦੁਨੀਆ ਦਾ ਸੇਵਾ ਕਰ, ਤੇਰਾ ਭਲਾ ਹੋ ਸਕਦਾ, ਪਾਰ ਉਤਾਰਾ ਹੋ ਸਕਦਾ। ਉਹਨੇ ਕੀਤਾ, ਮਹਾਰਾਜ ਜੀ ਦੇ ਬਚਨ ਨੂੰ ਮੰਨ ਕੇ ਦੁਨੀਆ ਦੀ ਸੇਵਾ ਕੀਤੀ। ਤੇ ਉਹ ਸੱਜਣ ਠੱਗ ਮਾਲਕ ਜੀ ਦੇ ਕੋਲੋਂ ਠੱਗਿਆ ਗਿਆ। ਤਾਂ ਸੱਜਣ ਦੇ ਨਾਮ ਹੇਠਾਂ ਠੱਗ ਦਾ ਜਹਾਨ ਸਾਰਾ, ਠੱਗਿਆ ਗਿਆ ਆਪ ਹੱਥ ਕੰਨਾਂ ਨੂੰ ਲਗਾ ਲਿਆ। ਬਲੀ ਕਧਾਰੀ ਤਾਈ ਹੋਈ ਸ਼ਰਮਸ਼ਾਰੀ ਤਾਈ, ਇੱਕ ਹੱਥ ਨਾ ਪਹਾੜੀ ਨੂੰ ਖਿਲਾਰਿਆ। ਕਿਹੜੇ ਦੱਸਾਂ ਜਿਹੜੇ ਕਿਰਤੀ ਗਰੀਬ ਤਾਰੇ, ਉਵੇਂ ਜਿਵੇਂ ਤਾਰੋ ਜਿਵੇਂ ਲਾਲੋ ਤਾਈ ਤਾਰਿਆ। ਮਹਾਰਾਜ ਸੱਚੇ ਪਾਤਸ਼ਾਹ ਕਿਹੜੇ ਤਾਰਿਆਂ ਦੀ ਤੇਰੇ, ਜਿਨ੍ਹਾਂ ਨੂੰ ਤੂੰ ਤਾਰ ਦਿੱਤਾ, ਗਿਣਤੀ ਕੀਤੀ ਜਾਏ। ਕਿਸੇ ਵਿਦਵਾਨ ਦੇ ਬਚਨ ਨੇ, ਨ ਤਾਰੇ ਗਿਣੇ ਜਾਤ, ਕਹਿੰਦੇ ਤਾਰੇ ਗਿਣੇ ਜਾਤ, ਨਹ ਤਾਰੇ ਗਿਣੇ ਜਾਤ। ਦੇਖੋ ਕਿੰਨਾ ਡੂੰਘਾ ਅਰਥ ਹੈ ਵੀ ਜਿਹੜੇ ਤਾਰੇ ਨੇ ਆਕਾਸ਼ ਦੇ, ਮਹਾਰਾਜ ਉਹ ਤੇ ਕੋਈ ਗਿਣਤੀ ਕਰ ਸਕਦਾ ਹੈ ਵੀ ਕਿੰਨੇ ਤਾਰੇ ਆ, ਗਿਣਤੀ ਕਰ ਸਕਦਾ ਹੈ। ਪਰ ਜਿਹੜੇ ਬਾਬਾ ਨਾਨਕ ਜੀ ਤੁਸੀਂ ਤਾਰੇ ਆ ਨਾ, ਉਹਨਾਂ ਦੀ ਗਿਣਤੀ ਨਹੀਂ। ਇਹਨਾਂ ਨੂੰ ਤਾਰ ਦਿੱਤਾ। ਤਾਰੇ ਗਿਣੇ ਜਾਤ, ਨਹ ਤਾਰੇ ਗਿਣੇ ਜਾਤ। ਜਿਹੜੇ ਤੁਸੀਂ ਤਾਰੇ, ਉਹਨਾਂ ਨੂੰ ਕੋਈ ਗਿਣ ਨਹੀਂ ਸਕਦਾ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਬਾਬਾ ਫਰੀਦ ਜੀ ਸਮਝਾਉਂਦੇ ਆ ਕਿ ਸਾਡੇ ਅੰਦਰ ਔਗਣ ਹੈ। ਇਹ ਵੱਡੇ ਔਗਣ ਆਰੇ ਬਖਸ਼ੇ ਗਏ, ਜਿਨ੍ਹਾਂ ਨੇ ਆਪਣੇ ਔਗਣ ਨੂੰ ਕਬੂਲ ਕਰ ਲਿਆ ਤੇ ਉਹਨਾਂ ਨੂੰ ਮਾਲਕ ਨੇ ਬਖਸ਼ ਦਿੱਤਾ। ਪਰ ਅਸੀਂ ਔਗਣਾਂ ਨੂੰ ਕਦੋਂ ਕਬੂਲ ਕਰਨਾ ਹੈ? ਭਾਈ ਸਾਹਿਬ ਭਾਈ ਗੁਰਦਾਸ ਜੀ 20 ਔਗਣਾਂ ਦਾ ਜ਼ਿਕਰ ਕਰਦੇ ਆ। 20 ਔਗਣ ਨੇ ਬੰਦੇ 'ਚ।
ਪਰ ਬੰਦਾ ਇੱਕ ਵੀ ਔਗਣ ਨੂੰ ਮੰਨਦਾ ਨਹੀਂ। ਭਾਈ ਗੁਰਦਾਸ ਜੀ ਲਿਖਦੇ, ਹਉ ਅਪਰਾਧੀ ਗੁਨਾਹਗਾਰ ਬੇਮੁਖ ਮੰਦਾ, ਚੋਰ ਜਾਰ ਜੁਆਰ ਪਰ ਘਰ ਜੋ ਹੰਦਾ, ਨਿੰਦਕ ਦੁਸ਼ਟ ਹਰਾਮ ਖੋਰ ਠੱਗ ਦੇਸ ਠਗੰਦਾ, ਕਾਮ ਕ੍ਰੋਧ ਮਦ ਲੋਭ ਮੋਹ ਹੰਕਾਰ ਕਰੰਦਾ, ਵਿਸ਼ਵਾਸ ਘਾਤੀ ਅਕਿਰਤ ਘਣ ਮੈਂ ਕੋ ਨਾ ਰਖੰਦਾ, ਸਿਮਰ ਮਰੀਦਾਂ ਢਾਡੀਆਂ ਸਤਿਗੁਰ ਬਖਸ਼ੰਦਾ। 20 ਔਗਣ ਨੇ ਇਹਨਾਂ ਦੇ ਵਿੱਚ, ਇਹ ਪੌੜੀ ਦੇ ਵਿੱਚ ਭਾਈ ਗੁਰਦਾਸ ਜੀ ਦੀ। ਹਉ ਅਪਰਾਧੀ, ਬੰਦਾ ਅਪਰਾਧ ਕਰਕੇ ਆਪਣੇ ਅਪਰਾਧ ਨੂੰ ਮੰਨਦਾ ਨਹੀਂ ਵੀ ਮੈਂ ਅਪਰਾਧੀ ਹਾਂ। ਹੈ ਹਰੇਕ ਬੰਦਾ ਅਪਰਾਧੀ ਆ, ਬੰਦਾ ਨਹੀਂ ਮੰਨਦਾ। ਮਹਾਰਾਜ ਜੀ ਕਹਿੰਦੇ ਆ, ਲੇਖੈ ਕਤਹਿ ਨਾ ਛੁਟੀਏ ਖਿੰਨ ਖਿੰਨ ਭੂਲਣ ਹਾਰ। ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਗਤੀ ਹੈ, ਬਚਨ ਪੜ੍ਹਦੇ ਆ ਨਾ ਆਪਾਂ। ਲੇਖੈ ਕਤਹਿ ਨਾ ਛੁਟੀਏ, ਜੇ ਮਹਾਰਾਜ ਸਾਡਾ ਲੇਖਾ ਕਰਨ ਲੱਗ ਜਾਣ ਵੀ ਤੂੰ ਨਹੀਂ ਮੰਨਦਾ, ਆ ਜਾ ਵੀ ਹਾਰਡ ਡਿਸਕ ਹੈਗੀ ਹੈ ਤੇਰੀ ਮੇਰੇ ਕੋਲੇ। ਹਾਰਡ ਡਿਸਕਾਂ ਚੱਲਦੀਆਂ ਨੇ ਅੱਜ ਕੱਲ੍ਹ, ਆ ਬੜੇ ਬੱਚੇ ਬੈਠੇ ਆ, ਕੰਪਿਊਟਰ ਦੇ ਵਿੱਚ ਸਿਸਟਮ ਹੈ, ਸਾਰਾ ਡਾਟਾ ਹੈ ਇਮੀਗ੍ਰੇਸ਼ਨ ਵਾਲਿਆਂ ਕੋਲੇ ਸਾਡਾ ਪਿਆ। ਪਾਸਪੋਰਟ ਦੇ ਵਿੱਚ ਉਹ ਐ ਸਕੈਨ ਕਰਦੇ ਆ, ਸਭ ਕੁਝ ਆ ਜਾਂਦਾ, ਕਦੋਂ ਆਇਆ ਕਦੋਂ ਗਿਆ। ਐਂ ਥੋੜ੍ਹਾ ਕਹਿ ਦਾਂਗੇ ਵੀ ਜੇ ਅਸੀਂ ਤਾਂ ਮਹੀਨਾ ਕੁ ਲਾ ਕੇ ਤੁਰ ਗਏ ਸੀ, ਉਹ ਕਹਿੰਦਾ ਆ ਪਿਆ ਕਿੰਨੇ ਦਿਨ ਤੂੰ ਰਹਿ ਕੇ ਗਿਆ, ਸਭ ਕੁਝ ਤੇਰਾ ਇੱਥੇ ਪਿਆ, ਖੁੱਲ੍ਹ ਗਿਆ ਮੇਰੇ ਕੋਲ। ਝੂਠ ਵਾਲੀ ਗੱਲ ਹੀ ਨਹੀਂ ਕੋਈ। ਮਾਲਕ ਜੀ ਵੀ ਕਹਿੰਦੇ ਐ, ਕਹਿੰਦੇ ਨੇ ਵੀ ਬੇਸ਼ੱਕ ਤੂੰ ਧਰਮੀ ਤੇ ਬਣ ਗਿਆ, ਪਰ ਜਿਹੜੀ ਆ ਤੇਰੀ ਹਾਰਡ ਡਿਸਕ ਹੈ, ਤੇਰਾ ਚਿੱਠਾ ਹੈ, ਆ ਤੇਰਾ ਰਿਕਾਰਡ ਹੈ, ਇਹ ਤੇ ਕੁਝ ਹੋਰ ਕਹਿ ਰਿਹਾ ਹੈ। ਬਾਹਰੋਂ ਕੁਝ ਹੋਰ ਹੈ, ਤੂੰ ਅੰਦਰੋਂ ਕੁਝ ਹੋਰ ਹੈ। ਇਹ ਸਾਰਾ ਮੇਰੇ ਕੋਲ ਬਿਆਨ ਕਰ ਰਿਹਾ, ਲੇਖਾ ਹੈ, ਆ ਤੇਰਾ ਲੇਖਾ ਕਰਾਂ। ਕਤੇ ਨਾ ਛੁੱਟੀਏ, ਨਹੀਂ ਛੁੱਟ ਸਕਦੇ। ਕਿਉਂ? ਖਿੰਨ ਖਿੰਨ ਭੁੱਲਣ ਹਾਰ, ਸਕਿੰਟ ਸਕਿੰਟ ਤੇ ਭੁੱਲਾਂ ਕਰਦੇ ਆ। ਕੀ ਕਰ ਸਕਦੇ ਆ ਫਿਰ ਅਸੀਂ? ਬਸ ਬੇਨਤੀ ਕਰ ਸਕਦੇ ਆ, ਬਖਸ਼ਣਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਫਰੀਦਾ ਦਰ ਦਰ ਬਾਜੈ ਜਾਏ ਕਿ ਜਾਏ ਡਿੱਠੋ ਕੁੜਿਆਲ, ਇਹ ਦੋਸ਼ਾਂ ਮਾਰੀਏ ਹਮ ਦੋਸ਼ਾਂ ਦਾ ਕਿਆ ਹਾਲ। ਅਸੀਂ ਦੋਸ਼ੀ ਆ, ਨਿਰਦੋਸ਼ ਨੂੰ ਸੱਟਾਂ ਪੈ ਰਹੀਆਂ ਤੇ ਸਾਡਾ ਕਿਆ ਹਾਲ ਹੋਵੇਗਾ। ਭਾਈ ਗੁਰਦਾਸ ਜੀ ਕਹਿੰਦੇ, ਹਉ ਅਪਰਾਧੀ ਗੁਨਾਹਗਾਰ, ਗੁਨਾਹਗਾਰ ਹਾਂ, ਔਗਣ ਕਰਨ ਵਾਲੇ, ਬੇਮੁਖ ਬੇਮੁਖ ਹਾਂ ਗੁਰੂ ਤੋਂ। ਗੁਰੂ ਦੀ ਗੱਲ ਕਿੰਨੀ ਕੁ ਮੰਨਦੇ ਆਪਾਂ? ਅੰਦਰ ਹੀ ਝਾਤੀ ਮਾਰ ਕੇ ਵੇਖ ਲਈਏ, ਮੈਂ ਵੀ ਵਿੱਚ ਹਾਂ ਤੁਹਾਡੇ। ਇਹ ਨਹੀਂ ਵੀ ਮੈਂ ਬੜਾ ਵੱਡਾ ਗੁਣੀ ਗਿਆਨੀ ਹਾਂ, ਵੀ ਜਿਹੜੀ ਮੈਂ ਗੱਲ ਕਹਿ ਰਿਹਾ ਉਸ 100% ਜਿਹੜੀ ਸੱਚੀ ਹੈ, ਮੈਂ ਉਹਦੇ ਤੇ ਨਹੀਂ, ਮਤਲਬ ਉਹਦੇ ਤੇ ਚੱਲ ਰਿਹਾ। ਮੇਰੇ ਅੰਦਰ ਇਹ ਸਾਰੇ ਗੁਣ ਨੇ ਤੇ ਮੇਰੇ 'ਚ ਔਗਣ ਕੋਈ ਨਹੀਂ। ਆਪਾਂ ਸਾਰੇ ਕੋਈ ਆ, ਇਹ ਨਹੀਂ ਕਿ ਜਿਹੜਾ ਇੱਥੇ ਸਟੇਜ ਤੇ ਬਹਿ ਗਿਆ ਬਹੁਤ ਵੱਡਾ ਬਣ ਗਿਆ ਜੀ, ਉਹਨੂੰ ਐਵੇਂ ਨਾ ਉਹਨੂੰ ਮੱਥੇ ਟੇਕਣ ਲੱਗ ਜਾ ਕਰੋ। ਹਰੇਕ ਨੂੰ ਗੁਰੂ ਗ੍ਰੰਥ ਸਾਹਿਬ ਅੱਗੇ ਸੀਸ ਝੁਕਾਇਆ ਕਰੋ, ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹੈ, ਇੱਕ ਮਨੁੱਖ ਮਾਨੋ ਕੀ ਟੇਕ ਬਿਰਥੀ ਸਭ ਜਾਨ। ਮਨੁੱਖ ਦੀ ਟੇਕ ਤਾਂ ਬਿਰਥੀ ਹੈ, ਦੇਵਨ ਕੋ ਏਕ ਹੈ ਭਗਵਾਨ। ਅਸੀਂ ਬੰਦੇ ਅਮੀਰਾਂ ਨੂੰ ਵੱਡਿਆਂ ਨੂੰ ਮੱਥਾ ਟੇਕਦੇ ਹਾਂ ਝੁਕ ਝੁਕ ਕੇ। ਮੈਂ ਹੈਰਾਨ ਹੁੰਨਾ, ਮੇਰੇ ਅੰਦਰੋਂ ਤਰਾਹ ਨਿਕਲਦਾ ਹੈ ਵੀ ਬੰਦੇ ਨੇ ਕੀ ਦੇਣਾ ਹੈ। ਦੇਵਨ ਕੋ ਏਕ ਹੈ ਭਗਵਾਨ, 4 ਪੈਸਿਆਂ ਦੀ ਖਾਤਰ ਸੀਸ ਝੁਕਾ ਲੈਣਾ। ਸੀਸ ਮਾਲਕ ਦੇ ਅੱਗੇ ਝੁਕਾਈ, ਜਿਹੜਾ ਔਗਣਾ ਨੂੰ ਦੇਖਦਾ, ਬੰਦਾ ਤੇ ਔਗਣਾ ਨੂੰ ਵੇਖਦਾ। ਤੇ ਮਹਾਰਾਜ ਕਹਿੰਦੇ ਮਾਨੋ ਕੀ ਟੇਕ ਬਿਰਥੀ ਸਭ ਜਾਨ। ਟੇਕ ਜਿਹੜੀ ਆ ਮਨੁੱਖ ਦੀ, ਮਨੁੱਖ ਤੇ ਟੇਕ ਨਹੀਂ ਰੱਖਣੀ। ਬਸ ਮਨੁੱਖ ਤੇ ਟੇਕ ਮਹਾਰਾਜ ਨੇ ਲਾ ਦਿੱਤੀ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਨਾਲ ਜੋੜ ਦਿੱਤਾ। ਕਿਸੇ ਦੇਹ ਧਾਰੀ ਪਖੰਡੀ ਗੁਰੂ ਨੂੰ ਗੁਰੂ ਨਹੀਂ ਮੰਨਣਾ। ਮਹਾਰਾਜ ਦੇ ਚਰਨ ਸ਼ਰਨ ਵਿੱਚ ਆ ਕੇ ਗੁਰੂ ਜੀ ਦੇ ਨਾਲ ਜੁੜਨਾ ਹੈ, ਗੁਰੂ ਜੀ ਦੇ ਸ਼ਬਦ ਦੇ ਨਾਲ ਜੁੜਨਾ। 4 ਸਿੰਘਾਂ ਨੇ ਕੱਲ ਸ਼ਹਾਦਤਾਂ ਜਿਹੜੀਆਂ ਆਪਣੀਆਂ ਦਿੱਤੀਆਂ, ਆਪਣੇ ਜੀਵਨ ਜਿਹੜੇ ਆ ਉਹਨਾਂ ਨੇ ਧਰਮ ਦੇ ਲੇਖੇ ਲਾ ਦਿੱਤੇ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਕੇ ਨਕੋਦਰ ਦੇ ਸ਼ਹੀਦਾਂ ਨੇ ਮਹਾਰਾਜ ਦਾ ਸਤਿਕਾਰ ਕੀਤਾ, ਆਪਣੇ ਸਰੀਰ ਲੇਖੇ ਵਿੱਚ ਲਾਤੇ। ਕਾਹਦੀ ਖਾਤਰ? ਗੁਰੂ ਸਾਹਿਬ ਜੀ ਦੀ ਖਾਤਰ, ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਦੀ ਖਾਤਰ। ਗੁਰੂ ਪਿਆਰੀ ਸਾਧ ਸੰਗਤ ਜੀ, ਅਸੀਂ ਮਾਲਕ ਜੀ ਦੇ ਚਰਨ ਸ਼ਰਨ ਵਿੱਚ ਆ ਕਰਕੇ ਬੇਨਤੀ ਕਰਨੀ। ਭਾਈ ਗੁਰਦਾਸ ਜੀ ਕਹਿੰਦੇ, ਹਉ ਅਪਰਾਧੀ ਗੁਨਾਹਗਾਰ ਬੇਮੁਖ। ਬੇਮੁਖ ਨਹੀਂ ਹੋਣਾ, ਅਸੀਂ ਬੇਮੁਖ ਨਹੀਂ ਹੋਣਾ। ਗੁਰੂ ਦੇ ਨਾਲ ਗੁਰਮੁਖ ਬਣਨਾ, ਗੁਰੂ ਵੱਲ ਮੁਖ ਕਰਨਾ। ਤੇ ਬੇਮੁਖ ਜਿਹੜਾ ਹੈ ਉਹਨੂੰ ਢੋਈ ਨਹੀਂ ਹੈ, ਉਹਨੂੰ ਸਾਖਤ ਵੀ ਕਿਹਾ ਹੈ, ਮਨਮੁਖ ਵੀ ਕਿਹਾ ਹੈ, ਬੇਮੁਖ ਵੀ ਕਿਹਾ ਹੈ, ਮਹਾਰਾਜ ਨੇ ਦੁਹਾਗਣ ਵੀ ਕਿਹਾ ਹੈ। ਗੁਰੂ ਗ੍ਰੰਥ ਸਾਹਿਬ ਦੇ ਅੰਦਰ ਉਹਦੇ ਉੱਤੇ ਬਖਸ਼ਿਸ਼ਾਂ ਨਹੀਂ। ਤੇ ਜਿਹੜਾ ਗੁਰਮੁਖ ਹੈ, ਗੁਰੂ ਵੱਲ ਮੂੰਹ ਕਰ ਲਿਆ ਨਾ, ਉਹਦੇ ਉੱਤੇ ਬਖਸ਼ਿਸ਼ਾਂ ਨੇ। ਮੰਦਾ ਮਾੜੇ ਹਾਂ,
ਫਿਰ ਕਹਿੰਦੇ ਚੋਰ ਚੋਰੀਆਂ ਕਰਦੇ ਆ, ਦੇਖਦੇ ਆ ਕੋਈ ਸਾਨੂੰ ਦੇਖਦਾ ਨਹੀਂ ਰਿਹਾ, ਹਰੇਕ ਬੰਦਾ ਮਾੜੇ ਕਰਮ ਕਰਦਾ। ਕਿਸੇ ਯੂਰਪ ਦੇ ਵਿੱਚ ਕੋਈ ਨਾਟਕ ਕੰਪਨੀ ਨੇ ਮਸ਼ਹੂਰੀ ਕੀਤੀ ਵੀ ਜਿਹੜਾ ਸਾਡਾ ਨਾਟਕ ਹੈ, ਸਾਡਾ ਡਰਾਮਾ ਹੈ ਸਟੇਜ ਦਾ, ਇਹ ਬਹੁਤ ਵਧੀਆ ਹੈ, ਜੋ ਵੀ ਕੋਈ ਆਉਣਾ ਚਾਹੁੰਦਾ ਹੋਵੇ ਉਹ ਸਾਨੂੰ ਬੁੱਕ ਕਰਾ ਸਕਦਾ ਆਪਣੀਆਂ ਸੀਟਾਂ। ਕਹਿੰਦੇ ਕਿਸੇ ਈਸਾਈ ਪਾਦਰੀ ਨੇ ਈਮੇਲ ਪਾਈ, ਉਹਨਾਂ ਨੂੰ ਚਿੱਠੀ ਲਿਖੀ, ਕਹਿੰਦਾ ਮੈਂ ਵੀ ਤੁਹਾਡਾ ਡਰਾਮਾ ਵੇਖਣਾ ਚਾਹੁੰਦਾ, ਪਰ ਮੈਂ ਜਿਹੜੇ ਮੇਨ ਰਸਤੇ ਰਾਹੀਂ ਨਹੀਂ ਆਉਣਾ ਚਾਹੁੰਦਾ, ਕੋਈ ਹੋਰ ਚੋਰ ਮੋਰੀ ਹੈ ਉਧਰ ਦੀ ਆ ਕੇ ਵੇਖਣਾ ਚਾਹੁੰਦਾ ਨਾਟਕ, ਮੁਜਰਾ ਕੋਈ ਡਾਂਸ ਕੋਈ ਇਸ ਤਰ੍ਹਾਂ ਦਾ ਉਹਨਾਂ ਦਾ ਸੀ। ਉਹ ਜਿਹੜਾ ਡਾਇਰੈਕਟਰ ਸੀ ਉਹਦੇ ਕੋਲੇ ਈਮੇਲ ਪਹੁੰਚੀ, ਚਿੱਠੀ ਪੱਤਰ ਪਹੁੰਚਿਆ, ਉਹਨੇ ਉਹਨੂੰ ਕਾਂ ਫਾਰਵਰਡ ਕੀਤਾ, ਉਹਨੂੰ ਅੱਗੇ ਭੇਜਿਆ, ਉਹਦਾ ਜਵਾਬ ਦਿੱਤਾ। ਕਹਿੰਦਾ ਹਾਂ ਸਾਡੇ ਕੋਲੇ ਬਹੁਤ ਆਉਂਦੇ ਨੇ ਇਸ ਤਰ੍ਹਾਂ ਦੇ, ਵੀ ਜਿਨ੍ਹਾਂ ਵਾਸਤੇ ਰਸਤੇ ਅਸੀਂ ਰੱਖੇ ਹੋਏ ਆ ਵੱਖਰੇ ਰਸਤੇ ਹੈ, ਤੇ ਉਹ ਵੱਖਰੇ ਰਸਤੇ ਰਾਹੀਂ ਆਉਂਦੇ ਜ਼ਰੂਰ ਹੈ, ਦੇਖ ਕੇ ਸਾਡਾ ਜਿਹੜਾ ਮੁਜਰਾ ਡਾਂਸ ਜੋ ਵੀ ਸਾਡਾ ਨਾਟਕ ਹੈ ਉਹ ਚਲੇ ਜਾਂਦੇ ਹੈ। ਪਰ ਇੱਕ ਗੱਲ ਮੈਂ ਤੈਨੂੰ ਕਹਿਣੀ ਚਾਹੁੰਦਾ, ਲਿਖਣ ਵਾਲੇ ਇਨਸਾਨ, ਤੂੰ ਦੁਨੀਆ ਦੀਆਂ ਨਿਗਾਹਾਂ ਤੋਂ ਤੇ ਬਚ ਸਕਦਾ ਹੈ, ਪਰ ਜਿਹੜਾ ਪ੍ਰਮਾਤਮਾ ਹੈ, ਅਕਾਲ ਪੁਰਖ ਰੱਬ ਹੈ, ਉਹ ਸਾਰਿਆਂ ਨੂੰ ਸਾਨੂੰ ਵੇਖ ਰਿਹਾ ਹੈ, ਸਾਨੂੰ ਵੇਖ ਰਿਹਾ ਹੈ। ਚੋਰ ਅਸੀਂ ਚੋਰੀ ਕਰ ਸਕਦੇ ਹਾਂ ਦੁਨੀਆ ਤੋਂ, ਅੱਗੋਂ ਦੇਖਿਆ ਪਿੱਛੋਂ ਦੇਖਿਆ, ਮਹਾਰਾਜ ਜੀ ਕਹਿੰਦੇ ਆ ਤੁਝ ਤੇ ਕਹਾਂ ਛਪਾਵੇ, ਮਾਲਕ ਤੋਂ ਨਹੀਂ ਛਪਾ ਸਕਦੇ, ਉਹ ਤਾਂ ਸਭ ਕੁਝ ਦੇਖ ਰਿਹਾ ਸਾਨੂੰ, ਉਹ ਤੇ ਸਾਡੇ ਅੰਦਰ ਹੀ ਬੈਠਾ ਹੈ। ਘਟ ਘਟ ਕੇ ਅੰਤਰ ਕੀ ਜਾਣਤ, ਉਹ ਸਾਨੂੰ ਦੇਖ ਰਿਹਾ, ਸਾਡੇ ਔਗਣਾਂ ਨੂੰ ਵੇਖ ਰਿਹਾ, ਅੰਦਰ ਸਾਰੇ ਚੰਗੇ ਮੰਦੇ ਕਰਮਾਂ ਨੂੰ ਵੇਖ ਰਿਹਾ। ਕੀ ਤੋਂ ਚੋਰੀ ਕਰ ਸਕਦੇ ਹਾਂ ਅਸੀਂ, ਮਾਲਕ ਤੋਂ ਕਰ ਸਕਦੇ, ਦੁਨੀਆ ਤੋਂ ਚੋਰੀ ਕਰ ਸਕਦੇ ਹਾਂ, ਪਰ ਅਸੀਂ ਮੰਨਦੇ ਨਹੀਂ ਵੀ ਅਸੀਂ ਚੋਰ ਹਾਂ। ਚੌਥਾ ਔਗਣ ਦੱਸਦੇ ਆ ਭਾਈ ਗੁਰਦਾਸ ਜੀ ਵੀ, ਅਸੀਂ ਚੋਰੀਆਂ ਕਰਦੇ ਹਾਂ, ਚੋਰ ਮੋਰੀਆਂ ਵੀ ਰੱਖੀਆਂ ਹੋਈਆਂ ਨੇ ਬੰਦਿਆਂ ਦੀਆਂ। ਹਰੇਕ ਬੰਦਾ ਪਤੀ ਪਤਨੀ ਤੋਂ, ਪਤੀ ਜਿਹੜਾ ਹੈ ਉਹ ਪਤਨੀ ਤੋਂ ਚੋਰੀ ਕਰ ਰਿਹਾ ਹੈ, ਪਤਨੀ ਜਿਹੜੀ ਹੈ ਉਹ ਪਤੀ ਤੋਂ ਚੋਰੀ ਕਰ ਰਹੀ ਹੈ। ਹਰੇਕ ਜਿਹੜੇ ਅੰਤਰ ਆਤਮੇ, ਹਰੇਕ ਬੰਦਾ, ਕੋਈ ਪੈਸੇ ਦੀ ਗੱਲ ਹੀ ਲਾ ਲਓ, ਚਲੋ ਧਨ ਦੌਲਤ ਦੀ ਲਾ ਲਓ, ਚਾਰ ਪੈਸੇ, ਚਲੋ ਵੈਸੇ ਤੇ ਜੋੜਨ ਵਾਸਤੇ ਬੀਬੀਆਂ ਮੈਂ ਦੇਖਿਆ ਕੋਈ ਇਸ ਤਰ੍ਹਾਂ ਦਾ ਦਗਾ ਨਹੀਂ ਕਮਾਉਂਦੀਆਂ ਆਪਣੇ ਘਰ ਵਾਲਿਆਂ ਨਾਲ, ਪਰਿਵਾਰ ਨਾਲ, ਉਹ ਕੁਝ ਪੈਸੇ ਰੱਖ ਲੈਂਦੀਆਂ, ਉਹ ਪੈਸੇ ਕੰਮ ਵੀ ਆਉਂਦੇ ਆ, ਪਰ ਉਹ ਰੱਖਦੀਆਂ ਜ਼ਰੂਰ ਨੇ, ਪਰ ਰੱਖਦੀਆਂ ਜ਼ਰੂਰ ਕਿਉਂ, ਭਾਵੇਂ ਉਹ ਲੇਖੇ ਵਿੱਚ ਹੀ ਲੱਗਣ, ਕੋਈ ਸਾਡੇ ਕੰਮ ਹੀ ਆਉਣ, ਪਰ ਫਿਰ ਵੀ ਫਰਕ ਹੈ। ਨਾ ਬੰਦਾ ਦੱਸਦਾ ਵੀ ਮੇਰੇ ਕੋਲ ਇੰਨੇ ਆ, ਨਾ ਬੀਬੀ ਦੱਸਦੀ ਹੈ ਮੇਰੇ ਕੋਲ ਇੰਨੇ, ਕੋਈ ਨਾ ਪਤਨੀ ਦੱਸਦੀ ਹੈ ਪਤੀ ਨੂੰ ਵੀ ਮੇਰੇ ਕੋਲ ਇੰਨੇ ਆ, ਨਾ ਪਤੀ ਦੱਸਦਾ ਹੈ। ਅੰਦਰੋਂ ਚੋਰੀ ਪਰ ਮਾਲਕ ਕੋਲੋਂ ਨਹੀਂ, ਕਿਉਂਕਿ ਅੰਦਰ ਬੈਠਾ ਪ੍ਰਭੂ ਪਰਮਾਤਮਾ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਅੰਦਰਲੀ ਪੀੜਾ ਨੂੰ, ਅੰਦਰਲੇ ਦਰਦ ਨੂੰ, ਅੰਦਰਲੇ ਸਾਰੇ ਸਾਡੇ ਜੀਵਨ ਨੂੰ ਉਹ ਮਾਲਕ ਜੀ ਜਾਣਦੇ ਆ, ਪਛਾਣਦੇ ਆ। ਭਾਈ ਗੁਰਦਾਸ ਜੀ ਕਹਿੰਦੇ ਚੋਰ ਯਾਰ ਜੁਆਰ ਪਰ ਘਰ ਜੋ ਹੰਦਾ, ਆ ਵੱਡੇ ਔਗਣ ਹੈ, ਵੱਡੇ ਔਗਣ। ਤੇ ਜਿਹੜੇ ਆ ਔਗਣ ਹੈ ਮਾਲਕ ਜੀ ਬਖਸ਼ ਲੈਣ। ਇਹ ਬੱਜਰ ਕਰੈਤ ਕਹਿੰਦੇ ਇਹਨੂੰ, ਬੱਜਰ ਕਰੈਤ। ਯਾਰੀ ਪਰ ਘਰ ਜੋ ਹੁੰਦਾ, ਚੋਰ ਯਾਰ ਜੁਆਰ, ਜੂਆ ਖੇਡਣਾ, ਤੇ ਜਾਰੀ ਮਾੜੇ ਕਰਮ ਕਰਨੇ, ਪਰ ਘਰ ਜੋ ਹੁੰਦਾ ਇਹ ਵੀ ਮਾੜੇ ਕਰਮਾਂ ਦੇ ਵਿੱਚ ਆਇਆ। ਪਰ ਇਸਤਰੀ ਗਮਨ ਪਰ ਪੁਰਸ਼ ਗਮਨ, ਜਿਹਨੂੰ ਕਹਿੰਦੇ ਨਾ ਆਪਾਂ ਅੰਮ੍ਰਿਤ ਛਕਦੇ ਹਾਂ ਜਦੋਂ ਖੰਡੇ ਬਾਟੇ ਦੀ ਪਹੁਲ ਲੈਂਦੇ ਹਾਂ, ਉਦੋਂ ਕਹਿੰਦੇ ਨੇ ਬੱਜਰ ਕਰੈਤ ਹੈ, ਇਹ ਨਹੀਂ ਕਰਨੀ। ਪਰ ਬੱਜਰ ਕਰੈਤਾਂ ਕਰਦੇ ਭਾਈ ਗੁਰਦਾਸ ਜੀ ਕਹਿੰਦੇ ਮੈਂ ਚੋਰ ਯਾਰ ਜੁਆਰ ਪਰ ਘਰ ਜੋ ਹੰਦਾ, ਮੈਂ ਇਹੋ ਜਿਹਾ ਮਾਲਕ ਜੀ, ਪਰ ਹੈ ਨਹੀਂ। ਸਾਨੂੰ ਸਮਝਾਉਂਦੇ ਆ ਵੀ ਅਸੀਂ ਮੰਨੀਏ ਤੇ ਮਾਲਕ ਦੀ ਬਖਸ਼ਿਸ਼ ਪ੍ਰਾਪਤ ਕਰ ਲਈਏ। ਬਸ ਕੁੰਡੀ ਇਹੀ ਹੈ ਵੀ ਅਸੀਂ ਮੰਨਦੇ ਨਹੀਂ। ਜੇ ਇਹ ਕੁੰਡੀ ਸਮਝ ਲਈ, ਅਸੀਂ ਔਗਣਾਂ ਨੂੰ ਕਬੂਲ ਕਰ ਲਿਆ, ਮਾਲਕ ਦੀ ਰਹਿਮਤ ਉਸੇ ਵੇਲੇ ਹੋ ਜਾਣੀ ਆ। ਰਹਿਮਤ ਬਖਸ਼ਿਸ਼ ਪ੍ਰਾਪਤ ਅਸੀਂ ਕਰ ਸਕਦੇ ਹਾਂ। ਅਸੀਂ ਮਹਾਰਾਜ ਨੂੰ ਕਹਿੰਦੇ ਹਾਂ ਮਹਾਰਾਜ ਨੇ ਸਾਨੂੰ ਦਿੱਤਾ ਨਹੀਂ, ਇਹ ਨਹੀਂ ਅਸੀਂ ਸਮਝਦੇ ਵੀ ਅਸੀਂ ਦੋਸ਼ ਸਾਡੇ ਵਿੱਚ ਉਹਨਾਂ ਨੂੰ ਦੂਰ ਨਹੀਂ ਕੀਤਾ। ਮਾਲਕ ਤੇ ਦੇਣ ਵਾਸਤੇ ਤਿਆਰ ਬੈਠਾ ਹੈ, ਉਹ ਤੇ ਦੇਈ ਜਾ ਰਿਹਾ, ਉਹ ਨਹੀਂ ਥੱਕਦਾ, ਦਿੰਦਾ ਦੇ ਲੈਂਦੇ ਥੱਕ ਪਾਹੇ, ਲੈਣ ਵਾਲੇ ਥੱਕ ਲੈ ਜਾਂਦੇ ਆ ਉਹਦੀਆਂ ਦਾਤਾਂ। ਜੁਗਾਂ ਜਗੰਤਰ ਖਾਹੀ ਖਾਹੇ, ਜੁਗਾਂ ਜਗੰਤਰ ਜੁਗਾਂ ਤੋਂ ਖਾਂਦੇ ਆ ਰਹੇ ਆ, ਉਹ ਤੇ ਤਿਆਰ ਬੈਠਾ ਵੀ ਲੈ ਜਾਓ ਬਾਈ। ਪਰ ਅਸੀਂ ਨਹੀਂ ਮੰਨਦੇ। ਦੱਦਾ ਦੋਸ਼ ਨਾ ਦਿਓ ਕਿਸੇ, ਫਿਰ ਰੱਬ ਨੂੰ ਦੋਸ਼ ਨਹੀਂ ਦੇ ਸਕਦੇ, ਰੱਬ ਨੇ ਮਾੜਾ ਕੀਤਾ ਸਾਡਾ। ਦੋਸ਼ ਕਰਮਾਂ ਆਪਣਿਆਂ, ਸਾਡੇ ਕਰਮਾਂ ਦਾ ਦੋਸ਼ ਹੈ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਬਰ ਜਨਾ। ਜਿਹੜਾ ਅਸੀਂ ਕਮਾਵਾਂਗੇ ਉਹੀ ਸਾਨੂੰ ਮਿਲੇਗਾ ਭਾਈ। ਜਿਹਾ ਬੀਜੈ ਸੋ ਲੁਣੈ, ਕਰਮਾਂ ਸੰਦੜਾ ਖੇਤ, ਇਹ ਕਰਮਾਂ ਦਾ ਖੇਤ ਹੈ।
ਇਹਦੇ ਵਿੱਚ ਜਿਹੋ ਜਿਹਾ ਬੀਜ ਬੀਜਾਂਗੇ ਉਹ ਜਿਹਾ ਫਲ ਸਾਨੂੰ ਮਿਲ ਜਾਣਾ। ਭਾਈ ਗੁਰਦਾਸ ਜੀ ਕਹਿੰਦੇ ਚੋਰ ਜਾਰ ਜੁਆਰ ਪਰ ਘਰ ਜੋ ਹੁੰਦਾ ਨਿੰਦਕ ਦੁਸ਼ਟ। ਨਿੰਦਾ ਕਰਦੇ ਹਾਂ ਅਸੀਂ, ਨਿੰਦਾ ਕਿਹਦੀ ਕਰਦੇ ਹਾਂ? ਕਿਉਂਕਿ ਸਾਡੇ ਵਿੱਚ ਗੁਣ ਨਹੀਂ, ਸਾਡੇ ਵਿੱਚ ਔਗਣ ਹੈ, ਉਹਦੀ ਨਿੰਦਿਆ ਕਰਦੇ ਹਾਂ ਜਿਹੜਾ ਸਾਡੇ ਤੋਂ ਅੱਗੇ ਵੱਧ ਗਿਆ। ਉਹਦੀ ਅਸੀਂ ਰੀਸ ਨਹੀਂ ਕਰਦੇ ਵੀ ਉਹਦੇ ਵਾਂਗ ਅਸੀਂ ਗੁਣਾਂ ਨੂੰ ਕਮਾ ਲਈਏ। ਜਿਹਦੇ ਨਾਲ ਸਾਡੀ ਜੈਲਸ ਹੈ, ਈਰਖਾ, ਨਿੰਦਿਆ, ਉਹਦੀ ਅਸੀਂ ਕਰਦੇ ਹਾਂ। ਨਿੰਦਾ ਉਹ ਹੁੰਦੀ ਹੈ ਜੇ ਕਿਸੇ ਦੇ ਗੁਣਾਂ ਨੂੰ ਵੇਖ ਕੇ, ਕਿਸੇ ਦੀ ਕੋਈ ਚੜ੍ਹਤ ਨੂੰ ਦੇਖ ਕੇ ਸਾੜਾ ਕਰੇ, ਅੰਦਰੋਂ ਜੈਲਸ ਕਰੇ, ਤੇ ਉਹਨੂੰ ਬੰਦਾ ਪਿੱਠ ਪਿੱਛੋਂ ਕਹਿੰਦਾ ਮਾੜਾ ਕਹਿੰਦਾ ਹੈ। ਤੇ ਮਹਾਰਾਜ ਕਹਿੰਦੇ ਬੰਦਾ ਜੇ ਔਗਣਾ ਆਪਣਿਆਂ ਨੂੰ ਨਹੀਂ ਦੇਖਦਾ, ਨਿੰਦਾ ਕਰਦਾ ਕਿਸੇ ਦੀ, ਤੇ ਮਹਾਰਾਜ ਕਹਿੰਦੇ ਨਿੰਦਾ ਭਲੀ ਕਿਸੇ ਕੀ ਨਾਹੀ। ਭਲੀ ਨਹੀਂ ਭਾਵੇਂ ਕੋਈ ਮਰਜ਼ੀ ਹੋਵੇ। ਮਨਮੁਖ ਮੁਗਧ ਕਰਨ, ਮਨਮੁਖ ਬੰਦੇ ਨਿੰਦਿਆ ਕਰਦੇ ਆ। ਮੂੰਹ ਕਾਲੇ ਤਿੰਨਾਂ ਨਿੰਦਕਾਂ ਨਰਕੇ ਘੋਰ ਪਵਨ। ਆਹ ਹਾਲ ਹੈ ਉਹਨਾਂ ਦਾ ਹੁਣ, ਮੂੰਹ ਕਾਲੇ ਤਿੰਨਾਂ ਨਿੰਦਕਾਂ। ਤੇ ਭਾਈ ਗੁਰਦਾਸ ਜੀ ਕਹਿੰਦੇ ਐ ਨਿੰਦਕ, ਮੈਂ ਨਿੰਦਾ ਕਰਨ ਵਾਲਾ ਹਾਂ, ਦੁਸ਼ਟ ਹਾਂ, ਹਰਾਮਖੋਰ ਹਾਂ। ਅੱਗੋਂ ਕਹਿੰਦਾ ਮੈਂ ਦੁਸ਼ਟ ਹਾਂ, ਮੈਂ ਹਰਾਮਖੋਰ ਹਾਂ। ਠੱਗ ਦੇਸ ਠਗੰਦਾ, ਮਹਾਰਾਜ ਸੱਚੇ ਪਾਤਸ਼ਾਹ ਜੀ ਮੈਂ ਦੇਸਾਂ ਦੇ ਠੱਗਣ ਵਾਲਾ ਹਾਂ। ਠੱਗੀਆਂ ਕਰਦਾ ਮਹਾਰਾਜ, ਠੱਗੀਆਂ ਕਰਦਾ, ਲੋਕਾਂ ਨੂੰ ਲੁੱਟਦਾ। ਠੱਗੀਆਂ ਕਰਨ ਵਾਲੇ ਤੇ ਆਮ ਹੀ ਵੇਖਦੇ ਆਪਾਂ ਇੱਥੇ ਵੀ ਭੋਲੇ ਭਾਲੇ ਲੋਕਾਂ ਨੂੰ। ਵੀ ਕੈਨੇਡਾ ਕਿਵੇਂ ਆਇਆ? 35 ਲੱਖ ਲਾ ਕੇ ਆਇਆ ਜੀ। ਠੱਗ ਲਿਆ ਬੰਦੇ ਨੂੰ, ਕੋਈ ਪੱਕਾ ਪੇਪਰ ਨਹੀਂ, ਕੱਚਾ ਬੰਦਾ ਫਿਰਦਾ। 35 50 ਲੱਖ ਵਾਲੇ ਵੀ ਹੈਗੇ ਆ। ਇੱਥੇ ਭਾਈ ਸਾਹਿਬ ਨੇ ਚਰਨਜੀਤ ਸਿੰਘ ਸੁੱਜੋਂ, ਉਹਨਾਂ ਦੇ ਕੋਲੇ ਉਹਨਾਂ ਦੀ ਬੁੱਕ ਲਿਖੀ ਆ, ਲਿਖਾਰੀ ਆ, ਉਹ ਇੱਥੇ ਰਹਿੰਦੇ ਆ ਗੁਰਦੁਆਰਾ ਸਾਹਿਬ। ਉਹਨਾਂ ਦੀ ਇੱਕ ਬੁੱਕ ਲਿਖੀ ਆ ਮੌਤ ਦਾ ਰੇਗਿਸਤਾਨ, ਚਰਨਜੀਤ ਸਿੰਘ ਸੁੱਜੋਂ ਦੀ। ਉਹ ਪੜ੍ਹਿਓ, ਫਿਰ ਪਤਾ ਲੱਗਦਾ ਵੀ ਬੰਦੇ ਕਿੰਨੇ ਕਿੰਨੇ ਪੈਸੇ ਦੇ ਕੇ ਠੱਗੇ ਜਾਂਦੇ ਆ, ਕਿਵੇਂ ਜਾਨ ਕੀਮਤੀ ਆ। 2 ਨੰਬਰ ਦੇ ਵਿੱਚ ਕਿਵੇਂ ਬੰਦੇ ਬਾਹਰ ਆਉਂਦੇ ਆ। ਬੰਦਾ ਧਾਹਾਂ ਮਾਰ ਕੇ ਰੋਂਦਾ ਜੋ ਕਿਤਾਬ ਪੜ੍ਹਦਾ। ਪੜ੍ਹਨ ਵਾਲੀ ਕਿਤਾਬ ਆ, ਜ਼ਰੂਰ ਉਹ ਕਿਤਾਬ ਨੂੰ ਪੜ੍ਹਿਓ, ਉਹਨੂੰ ਸਰਚ ਕਰਿਓ ਗੂਗਲ, ਮੌਤ ਦਾ ਰੇਗਿਸਤਾਨ। ਤੇ ਜਿਹੜੇ ਇਹ ਠੱਗ ਦੇਸ ਠਗੰਦਾ, ਭਾਈ ਗੁਰਦਾਸ ਜੀ ਕਹਿੰਦੇ ਦੇਸਾਂ ਵਿੱਚ ਆ ਕੇ ਵੀ ਆਪਣਿਆਂ ਨੂੰ ਠੱਗ ਰਹੇ ਨੇ। ਆਪਣਿਆਂ ਦਾ ਭਲਾ, ਆਪਣੀ ਕਮਿਊਨਿਟੀ 'ਚ ਬਹੁਤ ਆਪਣਿਆਂ ਨੂੰ ਠੱਗਦੇ ਹੈ। ਮੈਂ ਦੇਖਿਆ ਅਫਰੀਕਾ ਦੇ ਵਿੱਚ ਜਿਹੜੇ ਗੁਜਰਾਤੀ ਹੈ, ਉਹ ਜਿਹੜਾ ਨਵਾਂ ਬੰਦਾ ਆਉਂਦਾ ਨਾ ਉਹਨੂੰ ਠੱਗਦੇ ਨਹੀਂ, ਉਹਨੂੰ ਬਿਜ਼ਨਸ ਖੋਲ੍ਹ ਕੇ ਦਿੰਦੇ ਆ, ਕਾਰੋਬਾਰ ਖੋਲ੍ਹ ਕੇ ਦਿੰਦੇ ਆ। ਜਿਹੜੇ ਵੈਲ ਸੈਟਲ ਬੜੇ ਬੰਦੇ ਗੁਜਰਾਤੀ, ਜਿਹੜੇ ਕੱਛ ਸ਼ਹਿਰ ਦੇ ਰਹਿਣ ਵਾਲੇ, ਉਹਨਾਂ ਨੂੰ ਕੱਛੀ ਕਹਿੰਦੇ ਆ। ਜਿਵੇਂ ਆਪਾਂ ਪੰਜਾਬ ਦੇ ਰਹਿਣ ਵਾਲੇ ਪੰਜਾਬੀ ਆ, ਉਹ ਗੁਜਰਾਤ ਦੇ ਕੱਛ ਦੇ ਰਹਿਣ ਵਾਲੇ, ਉਹਨਾਂ ਨੂੰ ਕਹਿੰਦੇ ਕੱਛੀ ਲੋਕ ਕਹਿੰਦੇ ਆ। ਅਫਰੀਕਾ ਦੇ ਵਿੱਚ ਉਹ ਸਾਰੇ ਬਹੁਤ ਆਦ ਵਿੱਚ ਅਮੀਰ ਲੋਕ ਹੈ। ਮੈਂ ਉਹਨਾਂ ਨੂੰ ਦੇਖਿਆ। ਤੇ ਉਹ ਨਵਾਂ ਬੰਦਾ ਆਉਂਦਾ ਨਾ, ਉਹਨੂੰ ਠੱਗਦੇ ਨਹੀਂ ਵੀ ਸਾਡੇ ਨਵੇਂ ਨੂੰ ਚੋਗਾ ਪਾਉਂਦੇ ਆ ਵੀ ਨਵਾਂ ਜਿਹਾ ਫਿਰਦਾ, ਇੱਧਰ ਉੱਧਰ ਦੇਖਦਾ, ਇਹਨੂੰ ਉਹਦੇ ਪੁੱਛਦੇ ਆ ਵੀ ਹਾਂ ਕਿਵੇਂ ਆ ਤੂੰ, ਕੱਚਾ ਪੇਪਰ ਲਾਉਣੇ ਆ। ਕਈ ਬੰਦੇ ਜੰਟ ਜੇ ਫਿਰਦੇ ਹੁੰਦੇ ਆ। ਤੇ ਉਹ ਕਹਿੰਦਾ ਹਾਂ ਜੀ, ਫਿਰ ਚੱਲ ਆਹ ਨੰਬਰ ਆ, ਉਹਨੂੰ ਕਰ ਲਾ ਫੋਨ। ਬੰਦਾ ਫਸ ਗਿਆ, ਕਿੰਨੇ $10,000 ਦੇ ਦਿੱਤੇ। ਇੱਕ ਵਾਰੀ ਫਸ ਗਿਆ ਬਸ ਨਾ, ਉਹ ਗਏ ਉਦੋਂ ਗਾਂ ਦੀਆਂ ਦੇਈ ਚੱਲ ਬਈ, ਦੇਈ ਚੱਲ। ਇਹ ਰੱਜਦੇ ਨਹੀਂ, ਠੱਗਦੇ ਆਪਣਿਆਂ ਨੂੰ। ਪਰ ਉਹ ਠੱਗਦੇ ਨਹੀਂ। ਕਮਿਊਨਿਟੀ ਮੈਂ ਦੇਖੀ ਆ, ਉਹ ਆਪਣੇ ਬੰਦਿਆਂ ਦੀ ਹੈਲਪ ਕਰਦੇ ਆ। ਆਹ ਗੁਣ ਮਾਲਕ ਨੇ ਸਾਨੂੰ ਬਖਸ਼ਿਆ ਸੀ, ਗੁਰੂ ਗੋਬਿੰਦ ਸਾਹਿਬ ਜੀ ਨੇ, ਵੀ ਜਿਹੜਾ ਗਰੀਬ ਦਾ ਮੂੰਹ ਗੁਰੂ ਕੀ ਗੋਲਕ ਹੈ। ਗਰੀਬ ਦੇ ਮੂੰਹ 'ਚ ਪਾਉਣਾ, ਇੱਥੇ ਤੇ ਗਰੀਬ ਦੇ ਮੂੰਹਾਂ 'ਚੋਂ ਕੱਢ ਕੇ ਆਪਣੀਆਂ ਤਜੋਰੀਆਂ ਭਰਦੇ ਆ। ਤੇ ਕੋਈ ਕਬੂਲ ਕਰਦਾ ਬੰਦਾ ਵੀ ਮੈਂ ਕਿਸੇ ਦਾ ਹੱਕ ਖਾ ਰਿਹਾ? ਕੋਈ ਹਿੱਕ ਥਾਪੜ ਕੇ ਕਹਿ ਸਕਦਾ ਮੈਂ ਕਿਸੇ ਦੇ ਪੈਸੇ ਨਹੀਂ ਨੱਪੇ, ਮੈਂ ਕਿਸੇ ਨਾਲ ਧੋਖਾ ਨਹੀਂ ਕੀਤਾ, ਮੈਂ ਕਿਸੇ ਨੂੰ ਠੱਗਿਆ ਨਹੀਂ? ਐਸੇ ਵੀ ਮੈਂ ਮਲਕ ਭਾਗੋ ਵਰਗੇ ਵੇਖੇ ਆ, ਜਿਹੜੇ ਸਟੂਡੈਂਟਾਂ ਦੇ ਪੈਸੇ ਠੱਗ ਕੇ ਇੱਥੇ ਆ ਕੇ ਲੰਗਰ ਲਾਉਂਦੇ ਆ। ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵੀ ਕਹਿੰਦੇ ਹੋਣਗੇ ਬਾਬਾ ਨਾਨਕ ਜੀ ਵਾਂਗੂ, ਉਹ ਲੈ ਜਾ ਮਲਕ ਭਾਗੋ, ਉਹ ਤੇਰੇ ਇਸ ਖਾਣੇ ਵਿੱਚੋਂ, ਤੇਰੇ ਇਸ ਲੰਗਰ ਦੇ ਵਿੱਚੋਂ ਮੈਨੂੰ ਖੂਨ ਦੀ ਬੋ ਆਉਂਦੀ ਹੈ। ਤੂੰ ਗਰੀਬਾਂ ਦਾ ਖੂਨ ਲੁੱਟ ਕਰਕੇ ਇਹ ਲੰਗਰ ਲਾਇਆ ਹੈ। ਬਾਬਾ ਜੀ ਖੁਸ਼ ਹੋਣਗੇ? ਨਹੀਂ। ਭਾਈ ਗੁਰਦਾਸ ਜੀ ਕਹਿੰਦੇ ਆ, ਕਹਿੰਦੇ ਠੱਗ ਦੇਸ ਠਗੰਦਾ, ਦੇਸ਼ਾਂ ਵਿੱਚ ਜਾ ਕੇ ਵੀ, ਪ੍ਰਦੇਸ਼ਾਂ ਦੇ ਵਿੱਚ ਵੀ ਜਾ ਕੇ ਠੱਗਣੋਂ ਨਾ ਹਟਿਆ। ਇਹ ਠੱਗਣ ਵਾਲੀ ਬਿਰਤੀ, ਮਹਾਰਾਜ ਠੱਗ ਦੀ ਬਿਰਤੀ ਮੇਰੇ ਅੰਦਰ ਹੈ। ਤੇ ਫਿਰ ਭਾਈ ਗੁਰਦਾਸ ਜੀ ਅੱਗੇ ਕਹਿੰਦੇ ਆ, ਕਾਮ ਕ੍ਰੋਧ ਮਦ ਲੋਭ ਮੋਹ, ਨਸ਼ੇ ਦੇ ਵਿੱਚ ਫਿਰਦੇ ਆ ਸਾਰੀ ਉਮਰ। ਕਾਮੀ ਤੇ ਕ੍ਰੋਧੀ ਹੈ ਹੀ ਆ, ਹਰੇਕ ਬੰਦਾ ਕਾਮੀ ਤੇ ਕ੍ਰੋਧੀ ਹੈ। ਕਾਮ ਤੇ ਕ੍ਰੋਧ ਸਰੀਰ ਦਾ ਨਾਸ਼ ਕਰ ਦਿੰਦੇ ਆ। ਇਹ ਵੀ ਗੱਲ ਪੱਲੇ ਬੰਨ ਲਈ। ਜੇ ਅਸੀਂ ਬਾਡੀ ਬਣਾਉਣੀ ਹੈ, ਅਸੀਂ ਸਰੀਰ ਬਣਾਉਣਾ ਹੈ। ਨੌਜਵਾਨ ਕਹਿੰਦੇ ਆ ਵੀ ਸਾਡੀ ਬਾਡੀ ਬਣੇ, ਸਾਡਾ ਜੁੱਸਾ ਬਣੇ, ਸਾਡਾ ਸਰੀਰ ਬਣੇ। ਕਿਵੇਂ ਬਣਨਾ ਹੈ? ਆਹ 2 ਚੀਜ਼ਾਂ ਦਾ ਤਿਆਗ ਕਰਨਾ ਹੈ, ਇਹਨਾਂ ਤੋਂ ਪਰਹੇਜ਼ ਕਰਨਾ ਹੈ। ਕਾਮ ਕ੍ਰੋਧ, ਕਾਇਆ ਕੋ ਗੱਲ ਹੈ, ਇਹ ਕਾਇਆ ਨੂੰ ਗਾਲ ਦਿੰਦੇ ਹੈ। ਕ੍ਰੋਧ ਵੀ ਸਾੜ ਦਿੰਦਾ ਅੰਦਰੋਂ। ਤੇ ਕਾਮ ਜਿਹੜਾ ਇੱਕ ਤਾਕਤ ਹੈ, ਇੱਕ ਸ਼ਕਤੀ ਹੈ, ਜਿਹੜੀ ਸਰੀਰ ਨੂੰ ਪ੍ਰਫੁੱਲਿਤ ਕਰਦੀ ਹੈ। ਤੇ ਜੇ ਬਿਰਤੀ ਬੰਦੇ ਦੀ ਉਹੀ ਰਹੀ ਤੇ ਸਰੀਰ ਉਹਦਾ ਘਟ ਜਾਂਦਾ ਹੌਲੀ ਹੌਲੀ।
ਕਾਮ ਕ੍ਰੋਧ ਕਾਇਆ ਕੋ ਗਾਲੈ, ਜੋ ਕੰਚਨ ਸੁਹਾਗਾ ਟਾਲੈ। ਸੁਨਿਆਰਾ ਸੁਹਾਗਾ ਪਾ ਕੇ ਸੋਨੇ ਨੂੰ ਪਾਣੀ ਬਣਾ ਦਿੰਦਾ ਹੈ। ਇਹ ਔਗਣ, ਇਹ ਵਿਕਾਰ ਸਰੀਰ ਨੂੰ ਨਾਸ਼ ਕਰ ਦਿੰਦੇ ਆ, ਨਿਰਵਲ ਬਣਾ ਦਿੰਦੇ ਆ, ਖਤਮ ਕਰ ਦਿੰਦੇ ਆ। ਭਾਈ ਗੁਰਦਾਸ ਜੀ ਕਹਿੰਦੇ ਕਾਮ ਕ੍ਰੋਧ, ਕਹਿੰਦੇ ਇਹ 2 ਔਗਣ ਹੋਰ 20 ਔਗਣ ਗਣਾਉਂਦੇ ਆ ਇਸ ਪੌੜੀ 'ਚ। 20 ਔਗਣ ਹਰੇਕ ਬੰਦੇ ਵਿੱਚ ਆ, ਪਰ ਅਸੀਂ ਕਬੂਲ ਨਹੀਂ ਕਰਦੇ। ਬਾਬਾ ਫਰੀਦ ਜੀ ਅੱਜ ਦੇ ਸ਼ਲੋਕ 'ਚ ਕਹਿੰਦੇ ਆ, ਇਹ ਨਿਰਦੋਸ਼ਾਂ ਮਾਰੀਏ ਹਮ ਦੋਸ਼ਾਂ ਦਾ ਕਿਆ ਹਾਲ। ਅਸੀਂ ਦੋਸ਼ੀ ਆ, ਜੇ ਉਹਦੇ ਤੇ ਸੱਟਾਂ ਵੱਜ ਰਹੀਆਂ ਘੜਿਆਲ ਤੇ, ਉਹ ਦੋਸ਼ ਨਹੀਂ ਕੀਤਾ ਤਾਂ ਵੱਜ ਰਹੀਆਂ, ਤੇ ਜਿਹਨੇ ਦੋਸ਼ ਕੀਤਾ ਉਹਦਾ ਹਾਲ ਕੀ ਹੋਏਗਾ। ਤੇ ਅਸੀਂ ਕਦੇ ਇਹ ਸਮਝਿਆ ਨਹੀਂ ਵੀ ਸਾਡਾ ਹਾਲ ਕੀ ਹੋਣਾ ਹੈ। ਅੱਜ ਦੀ ਵਿਚਾਰ ਦੇ ਵਿੱਚ ਲੜੀਵਾਰ ਬਾਬਾ ਫਰੀਦ ਜੀ ਦੇ ਸ਼ਲੋਕਾਂ ਦੀ ਵਿਚਾਰ 'ਚੋਂ ਸਮਝਾਉਂਦੇ ਭਾਈ ਗੁਰਦਾਸ ਜੀ ਸਾਨੂੰ ਸਿੱਖਿਆ ਦਿੰਦੇ ਹੈ। ਭਾਈ ਗੁਰਦਾਸ ਜੀ ਦੀ ਜਿੰਨੀ ਬਾਣੀ ਹੈ ਉਹ ਸਿੱਖਿਆ ਹੈ, ਉਦਾਹਰਨਾਂ ਨੇ। ਤੇ ਤਾਨੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਕਿਹਾ ਸੀ, ਭਾਈ ਗੁਰਦਾਸ ਕਹਿੰਦੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿੰਦਰਾ ਤੇ ਤੇਰੀ ਬਾਣੀ ਚਾਬੀ, ਤੇ ਚਾਬੀ ਤੋਂ ਬਿਨਾਂ ਜਿੰਦਰਾ ਨਹੀਂ ਖੁੱਲ੍ਹਦਾ। ਗੁਰੂ ਦੇ ਸ਼ਬਦ ਦੀ ਵਿਚਾਰ ਚਾਬੀ ਭਾਈ ਗੁਰਦਾਸ ਜੀ ਦੀ ਬਾਣੀ ਤੋਂ ਬਿਨਾਂ ਖੁੱਲ੍ਹਣੀ ਨਹੀਂ, ਸਮਝ ਨਹੀਂ ਆਉਣੀ। ਤੇ ਜਦੋਂ ਭਾਈ ਗੁਰਦਾਸ ਜੀ ਦੇ ਨਾਲ ਬਾਣੀ ਮਿਕਸ ਕਰਕੇ ਪੜ੍ਹਦੇ ਹਾਂ, ਸਾਡੇ ਦਿਮਾਗ 'ਚ ਗੱਲਾਂ ਵਸ ਜਾਂਦੀਆਂ। ਭਾਈ ਗੁਰਦਾਸ ਜੀ ਕਹਿੰਦੇ ਕਾਮ ਕ੍ਰੋਧ, ਫਿਰ ਕਹਿੰਦੇ ਮਦ ਨਸ਼ੇ ਦੇ ਵਿੱਚ, ਕਾਮ ਕ੍ਰੋਧ ਮਦ ਲੋਭ, ਕਹਿੰਦੇ ਲੋਭ ਦਾ ਨਸ਼ਾ ਹੈ। ਹੰਕਾਰ, ਕਹਿੰਦੇ ਹੰਕਾਰ ਦਾ ਨਸ਼ਾ, ਮੈਂ ਜਿਹੜੀ ਗੱਲ ਕਹਿ ਦਿੱਤੀ। ਕਾਮ ਕ੍ਰੋਧ ਮਦ ਲੋਭ ਮੋਹ ਹੰਕਾਰ ਕਰੰਦਾ। ਫਿਰ ਕਹਿੰਦੇ ਵਿਸ਼ਵਾਸਘਾਤੀ, ਹੰਕਾਰ ਤੇ ਅਸੀਂ ਕਰਦੇ ਹਾਂ। ਫਿਰ ਅੱਗੇ ਆਹ ਗੱਲ ਸੁਣਿਓ, ਵਿਸ਼ਵਾਸਘਾਤੀ। ਮਹਾਰਾਜ ਨੇ ਸਾਡੇ ਤੇ ਵਿਸ਼ਵਾਸ ਕੀਤਾ, ਸਾਡੇ ਸਾਰਿਆਂ ਤੇ। ਅਸੀਂ ਕਲਗੀਧਰ ਦੇ ਪੁੱਤਰ ਆ ਨਾ, ਸਿੱਖਾਂ ਦੇ ਘਰਾਂ 'ਚ ਅਸੀਂ ਜਨਮ ਲਿਆ। ਸਾਬੋ ਕੀ ਤਲਵੰਡੀ ਦਮਦਮਾ ਸਾਹਿਬ ਮਹਾਰਾਜ ਨੇ ਇੰਝ ਸਟੇਜ ਤੇ ਬੈਠ ਕੇ, ਜਿਵੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪ੍ਰਕਾਸ਼ਮਾਨ ਸੀ, ਮਾਤਾ ਜੀ ਨੇ ਬੇਨਤੀ ਕੀਤੀ, ਮੇਰੇ ਲਾਲ ਨਜ਼ਰ ਨਹੀਂ ਆਉਂਦੇ। ਗਰੀਬ ਨਵਾਜ ਨੇ ਉੱਥੇ ਕਿਹਾ ਸੀ, ਇਨ ਪੁੱਤਰਨ ਕੇ ਸੀਸ ਪਰ ਬਾਰ ਦੀਏ ਸੁੱਤ ਚਾਰ, ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਆ 4 ਮਰ ਕੇ ਕੀ ਹੋ ਗਿਆ, ਆ ਮੇਰੇ ਪੁੱਤਰ ਨੇ। ਤੇ ਅੱਜ ਅਸੀਂ ਕਲਗੀਧਰ ਦੇ ਪੁੱਤਰ ਹਾਂ। ਸਵੈ ਪੜਚੋਲ ਅੰਤਰ ਅਧਿਆਨ ਕਰਕੇ ਵੇਖੀਏ ਵੀ ਅਸੀਂ ਕਲਗੀਧਰ ਦੇ ਪੁੱਤਰ ਬਣ ਗਏ, ਕਲਗੀਧਰ ਦੇ ਬਖਸ਼ਿਸ਼ਾਂ ਪ੍ਰਾਪਤ ਕਰ ਲਈਆਂ। ਅਸੀਂ ਬਾਬਾ ਅਜੀਤ ਸਿੰਘ ਵਰਗੇ ਹਾਂ, ਅਸੀਂ ਬਾਬਾ ਜੁਝਾਰ ਸਿੰਘ ਵਰਗੇ ਹਾਂ, ਅਸੀਂ ਬਾਬਾ ਜੋਰਾਵਰ ਸਿੰਘ ਵਰਗੇ ਹਾਂ, ਅਸੀਂ ਬਾਬਾ ਫਤਿਹ ਸਿੰਘ ਵਰਗੇ ਹਾਂ। ਸਾਡੇ ਵਿੱਚ ਉਹ ਦ੍ਰਿੜਤਾ ਹੈ। ਅਸੀਂ ਤੇ 4 ਪੈਸਿਆਂ ਦੀ ਖਾਤਰ ਡਿੱਗ ਪੰਨੇ ਆ। ਉਹਨਾਂ ਨੇ ਠੋਕਰਾਂ ਮਾਰ ਦਿੱਤੀਆਂ। ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਨੇ ਰਾਜ ਭਾਗਾਂ ਨੂੰ, ਉਹ ਕਹਿੰਦੇ ਹੂਰਾਂ ਤੁਹਾਨੂੰ ਮਿਲਣਗੀਆਂ। ਤੇ ਇੱਥੇ ਅਸੀਂ 25-25 ਲੱਖ ਜਿਹੜਾ ਝੋਲੀਆਂ 'ਚ ਪਵਾ ਲੈਂਦੇ ਆ। ਗਰੀਬ ਮਾਪੇ ਜਿਹੜੇ ਆ ਉਹ ਪਤਾ ਨਹੀਂ ਕਿਵੇਂ ਲੋਨ ਚੱਕ ਕੇ ਪੈਸੇ ਦਿੰਦੇ ਹੋਣਗੇ ਤੇ ਮੁੜ ਕੇ ਖੁਦਕੁਸ਼ੀਆਂ ਕਰਦੇ ਆ। ਤੇ ਕੀ ਅਸੀਂ ਉਹਨਾਂ ਦੇ ਵਾਰਸ ਹਾਂ? ਅਸੀਂ ਬਾਬਾ ਜੋਰਾਵਰ ਸਿੰਘ ਨਾਲ ਰਾਜਾਂ ਨੂੰ ਠੋਕਰਾਂ ਮਾਰ ਦਿੱਤੀਆਂ, ਤਾਜਾਂ ਨੂੰ ਠੋਕਰਾਂ ਮਾਰ ਦਿੱਤੀਆਂ। ਤੇ ਕਲਗੀਧਰ ਸੱਚੇ ਪਾਤਸ਼ਾਹ ਨੇ ਕਿਹਾ ਆਹ ਮੇਰੇ ਪੁੱਤ ਹੈ। ਤੇ ਜੇ ਅਸੀਂ ਉਹ ਪੁੱਤ ਨਹੀਂ ਪਾਈ ਤੇ ਫਿਰ ਅਸੀਂ ਸ਼ਰਮਿੰਦੇ ਹੋਈਏ ਅੰਦਰੋਂ, ਤੇ ਮਾਲਕ ਤੋਂ ਭੁੱਲ ਬਖਸ਼ਾਈਏ। ਮਹਾਰਾਜ ਸੱਚੇ ਪਾਤਸ਼ਾਹ ਅਸੀਂ ਵਿਸ਼ਵਾਸਘਾਤੀ ਹਾਂ, ਵਿਸ਼ਵਾਸਘਾਤ ਕੀਤਾ ਤੁਹਾਡੇ ਨਾਲ। ਭਾਈ ਗੁਰਦਾਸ ਜੀ ਕਹਿੰਦੇ ਵਿਸ਼ਵਾਸਘਾਤੀ। ਅਕਿਰਤ ਕਣ ਉਹਨੂੰ ਕਹਿੰਦੇ ਆ ਜਿਹੜਾ ਕੀਤੇ ਨੂੰ ਨਹੀਂ ਜਾਣਦਾ। ਧਰਤੀ ਕਹਿੰਦੀ ਮੈਨੂੰ ਸਭ ਤੋਂ ਜ਼ਿਆਦਾ ਭਾਰ ਅਕਿਰਤ ਕਣ ਬੰਦੇ ਦਾ ਲੱਗਦਾ ਹੈ, ਸਭ ਤੋਂ ਜ਼ਿਆਦਾ ਭਾਰੇ ਭੂਈ ਅਕਿਰਤ ਕਣ। ਮੰਦੀ ਹੂੰ ਮੰਦੇ, ਮੰਦਿਆਂ ਤੋਂ ਵੀ ਮੰਦੇ ਅਕਿਰਤ ਕਣ ਨੇ। ਤੇ ਭਾਈ ਗੁਰਦਾਸ ਜੀ 20 ਔਗਣਾਂ ਦਾ ਜ਼ਿਕਰ ਕਰਾਉਂਦਿਆਂ ਹੋਇਆਂ ਸਾਨੂੰ ਦੱਸਦੇ, ਵਿਸ਼ਵਾਸਘਾਤੀ ਅਕਿਰਤ ਕਣ ਮੈਂ ਕੋ ਨਾ ਰਖੰਦਾ, ਮੈਨੂੰ ਕੋਈ ਨਹੀਂ ਰੱਖਦਾ। ਮਹਾਰਾਜ ਜੀ ਮੈਂ ਤੇਰੀ ਚਰਨ ਸ਼ਰਨ ਵਿੱਚ ਆਇਆ, ਸਿਮਰ ਮਰੀਦਾਂ ਢਾਡੀਆਂ। ਆ ਮੇਰੇ ਵੀਰ ਕਵੀਸ਼ਰ ਆਇਆ, ਇਹਨਾਂ ਨੇ ਹੁਣ ਕਵਿਤਾਵਾਂ ਗਾਉਣੀਆਂ। ਕਲਗੀਧਰ ਸੱਚੇ ਪਾਤਸ਼ਾਹ ਕਵਿਤਾ ਦੇ ਨਾਲ ਇੰਨਾ ਪਿਆਰ ਕਰਦੇ ਸੀ। 52 ਕਵੀ ਜਿਹੜੇ ਬੜੇ ਸੰਧਾਬੰਦੀ ਦੇ ਨਾਲ, ਇੱਕ ਭਾਈ ਸਾਹਿਬ ਨੇ ਕੱਲ ਪਰਸੋਂ ਬੜੇ ਸੋਹਣੇ ਕੜੇ ਦੀ ਵਾਰਤਾਲਾਪ, ਕੰਘੇ ਦੀ ਵਾਰਤਾਲਾਪ, ਕਸ਼ਹਿਰੇ ਦੀ ਵਾਰਤਾਲਾਪ। ਮੈਂ ਹੱਥ ਜੋੜੇ ਭਾਈ ਸਾਹਿਬ ਨੂੰ ਕਿ ਮੈਨੂੰ ਲਿਖ ਕੇ ਦਿਓ, ਮੇਰੇ ਹਿਰਦੇ ਦੇ ਵਿੱਚ ਉਹ ਸ਼ਬਦ ਵਸ ਗਏ, ਟੁੰਬੇ ਗਏ ਮੇਰੇ ਹਿਰਦੇ ਨੂੰ। ਕਿਉਂਕਿ ਇਹ ਜਿਹੜੀਆਂ ਗਾਉਂਦੇ ਹੈ, ਇਹ ਸਾਨੂੰ ਸਮਝਾਉਂਦੇ ਆ। ਢਾਡੀ ਜਿਹੜੇ ਹੈ ਉਹ ਵੀ ਮਹਾਰਾਜ ਸੱਚੇ ਪਾਤਸ਼ਾਹ ਦੇ ਦਰ ਦੇ ਮੰਗ ਤੇ ਮਹਾਰਾਜ ਕੋਲੇ ਫਰਿਆਦ ਕਰਦੇ ਆ ਕਾਵਿ ਰੂਪ ਦੇ ਵਿੱਚ। ਢਾਡੀ ਸਿਮਰ ਮਰੀਦਾਂ ਢਾਡੀਆਂ, ਜਿਵੇਂ ਢਾਡੀ ਗਾਉਂਦੇ ਆ, ਜਿਵੇਂ ਕਵੀਸ਼ਰ ਗਾਉਂਦੇ ਆ ਮਾਲਕ ਜੀ ਦੇ ਗੁਣ, ਉਸੇ ਤਰ੍ਹਾਂ ਭਾਈ ਗੁਰਦਾਸ ਜੀ ਕਹਿੰਦੇ ਪ੍ਰਭੂ ਦੇ ਗੁਣ ਗਾ, ਸਤਿਗੁਰ ਬਖਸ਼ੰਦਾ। ਫਿਰ ਸਤਿਗੁਰੂ ਜੀ ਤੈਨੂੰ ਬਖਸ਼ ਦੇਣਗੇ, ਸਤਿਗੁਰੂ ਜੀ ਤੇਰੇ ਤੇ ਰਹਿਮਤ ਕਰ ਦੇਣਗੇ। 20 ਔਗਣ ਨੇ। ਆ ਤੁਸੀਂ ਸਰਚ ਕਰਕੇ ਪੌੜੀ ਭਾਈ ਗੁਰਦਾਸ ਦੀ ਜ਼ਰੂਰ ਪੜ੍ਹਿਓ, ਰੋਜ਼ਾਨਾ ਇਹਨੂੰ ਚੇਤੇ ਕਰ ਲਓ। ਆਪਣੇ ਜੀਵਨ ਦੇ ਵਿੱਚ ਅਰਦਾਸ ਦੇ ਵਿੱਚ ਮਹਾਰਾਜ ਦੇ ਚਰਨਾਂ ਦੇ ਵਿੱਚ ਬੇਨਤੀ ਜ਼ਰੂਰ ਕਰਿਓ। ਗਰੀਬ ਨਵਾਜ ਸੱਚੇ ਪਾਤਸ਼ਾਹ ਸਾਡੇ ਵਿੱਚ 20 ਔਗਣ ਨੇ, ਤੇ ਜਿਨ੍ਹਾਂ ਵਿੱਚ ਔਗਣ ਹੈ ਤੇ ਬਾਬਾ ਫਰੀਦ ਜੀ ਅੱਜ ਦੇ ਸ਼ਲੋਕ ਦੇ ਵਿੱਚ ਕਹਿੰਦੇ ਹੈ
ਕਹਿੰਦੇ ਉਹਨਾਂ ਦੋਸ਼ੀਆਂ ਦਾ ਕੀ ਹਾਲ ਹੋਏਗਾ। ਬਾਬਾ ਜੀ ਕਹਿੰਦੇ ਆ, ਫਰੀਦਾ ਦਰ ਦਰ ਵਾਜੇ ਜਾਏ ਕਹੇ, ਜਾਏ ਡਿਠੋ ਘੜਿਆਲ, ਇਹ ਨਿਰਦੋਸ਼ਾਂ ਮਾਰੀਏ ਹਮ ਦੋਸ਼ਾਂ ਦਾ ਕਿਆ ਹਾਲ। ਅੱਗੇ ਕਹਿੰਦੇ ਨੇ ਬਾਬਾ ਫਰੀਦ ਜੀ, ਘੜੀਏ ਘੜੀਏ ਮਾਰੀਏ ਪਹਿਰੀ ਲਹੇ ਸਜਾਏ। ਘੜੀ 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 ਬਾਅਦ, ਮਿੰਟਾਂ ਮਿੰਟਾਂ ਬਾਅਦ, ਫਿਰ ਘੰਟਿਆਂ ਘੰਟਿਆਂ ਬਾਅਦ, ਪਹਿਰਾਂ ਬਾਅਦ, 4-4 ਘੰਟਿਆਂ ਬਾਅਦ ਇਹ ਜਿਹੜਾ ਘੜਿਆਲ ਵੱਜਦਾ ਹੈ, ਇਹਨੂੰ ਸਜ਼ਾ ਮਿਲਦੀ ਹੈ। ਘੜੀਏ ਘੜੀਏ ਮਾਰੀਏ ਪਹਿਰੀ ਲਹੇ ਸਜਾਏ, ਸੋ ਹੇੜਾ ਘੜਿਆਲ ਜਿਉ ਸੋ ਹੇੜਾ ਮੀਨਜ ਆ ਸਰੀਰ। ਸੋ ਹੇੜਾ, ਹੇੜਾ ਮੀਨਜ ਆ ਸਰੀਰ, ਸੋ ਹੇੜਾ ਘੜਿਆਲ ਜਿਉ, ਇਹ ਘੜਿਆਲ ਵਰਗਾ ਹੈ, ਦੁਖੀ ਰੈਣ ਬਿਹਾਏ। ਇਹਦੀ ਜ਼ਿੰਦਗੀ ਰੂਪੀ ਰੈਣ ਕਿਵੇਂ ਫਿਰ ਦੁੱਖਾਂ ਨਾਲ ਅੰਦਰੋਂ ਬਤੀਤ ਹੁੰਦੀ ਹੋਏਗੀ ਜਿਹੜਾ ਇੰਨਾ ਦੋਸ਼ੀ ਹੈ। ਤੇ ਬਾਬਾ ਫਰੀਦ ਜੀ ਅੱਜ ਦੇ ਇਹਨਾਂ ਸਲੋਕਾਂ ਅੰਦਰ ਸਾਨੂੰ ਸਿੱਖਿਆ ਬੜੀ ਕਮਾਲ ਦੀ ਦਿੰਦੇ ਹੈ ਤੇ ਸਾਡਾ ਸੱਚ ਜਿਹੜਾ ਅੰਦਰ ਅੰਤਰ ਆਤਮੇ ਦਾ ਉਹ ਸਾਹਮਣੇ ਰੱਖਦੇ ਆ। ਗਰੀਬ ਨਵਾਜ ਕਿਰਪਾ ਕਰਨ, ਮਿਹਰ ਕਰਨ ਸਾਡੇ ਔਗਣਹਾਰਿਆਂ ਤੇ, ਸਾਡੇ ਪਾਪੀਆਂ ਤੇ, ਸਾਡੇ ਦੁਸ਼ਟਾਂ ਤੇ, ਸਾਡੇ ਮਾੜਿਆਂ ਤੇ, ਸਾਡੇ ਨਿੰਦਕਾਂ ਤੇ, ਸਾਡੇ ਕਹਿ ਰਿਹਾ ਤੁਹਾਡੇ ਆਪਣੇ, ਮੈਂ ਵੀ ਤੁਹਾਡੇ ਵਿੱਚੋਂ ਆ, ਮਹਾਰਾਜ ਦੀ ਚਰਨ ਸ਼ਰਨ ਵਿੱਚ, ਕਿਉਂਕਿ ਮਾਲਕ ਨੇ ਮੇਰੇ ਤੇ ਕਿਰਪਾ ਕੀਤੀ। ਕਿਰਪਾ ਕਰਕੇ ਜਿਵੇਂ ਬੱਚੇ ਪੜ੍ਹਦੇ ਆ, ਇੱਕ ਜੋ ਟੀਚਰ ਕਹਿੰਦਾ ਉੱਠ ਕੇ ਤੂੰ ਇੱਥੇ ਆ ਜਾ ਮੇਰੇ ਕੋਲ ਤੇ ਮੈਨੂੰ ਇਹ ਪਾਠ 1 ਦੂਣੀ ਦੂਣੀ 2 ਦੂਣੀ 4 ਸੁਣਾ ਦੇ, ਉਹ ਬੱਚਾ ਸੁਣਾਉਣ ਲੱਗ ਜਾਂਦਾ ਹੈ। ਉਵੇਂ ਮੈਂ ਆ, ਜਿਵੇਂ ਉਹ ਮੂਹਰੇ ਬੈਠਾ ਬੱਚਾ ਉਹਨੂੰ ਕਹਿੰਦਾ ਆ ਜਾ ਸੁਣਾ ਦਾਂ, ਮੈਂ ਸੁਣਾਉਣ ਵਾਲਾ ਹੈ। ਤੇ ਸਤਿਗੁਰੂ ਬਖਸ਼ਣ ਵਾਲਿਆ ਉਹਨਾਂ ਤੋਂ ਬਖਸ਼ਾਉਣਾ। ਮਹਾਰਾਜ ਸੱਚੇ ਪਾਤਸ਼ਾਹ ਇਹ 20 ਔਗਣ ਜਿਹੜੇ ਭਾਈ ਗੁਰਦਾਸ ਨੇ ਕਹੇ ਹੈ, ਇਹ ਸਾਡੇ ਵਿੱਚ ਹੈ। ਅਸੀਂ ਆਪਣੇ ਇਹਨਾਂ ਔਗਣਾਂ ਨੂੰ ਕਬੂਲ ਕਰਦੇ ਹਾਂ। ਮਹਾਰਾਜ ਸਾਨੂੰ ਬਖਸ਼ ਲਓ। ਤੇ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਤੋਂ ਭੁੱਲਾਂ ਬਖਸ਼ਾਉਂਦੇ ਹਾਂ, ਫਿਰ ਮਹਾਰਾਜ ਕੀ ਰਹਿਮਤ ਕਰਦੇ। ਇਹ ਲੋਕ ਸੁਖੀਏ ਪਰਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਆਓ ਅਗਲੇਰਾ ਸਮਸਤ ਕਾਜ ਸਿੰਘ ਸਾਹਿਬਾਨਾਂ ਪਾਸੋਂ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੇ ਉਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁਖ ਲਥਾ। ਸੁਣ ਹਰ ਕਥਾ ਉਤਾਰੀ ਮੈਲ, ਮਹਾ ਪੁਨੀਤ ਭਏ ਸੁਖ ਸੈਲ। ਤੋ ਸਾਧ ਸੰਗਤ ਜੀਓ, ਆਪ ਬੜੇ ਪਿਆਰ ਦੇ ਸਹਿਤ ਗੁਰੂ ਕੇ ਸ਼ਬਦ ਦੀ ਵਿਚਾਰ ਸਰਵਣ ਕਰ ਰਹੇ ਸੀ। ਹਾਜ਼ਰੀ ਭਰ ਰਹੇ ਸਨ ਅਤੀ ਸਤਿਕਾਰਯੋਗ ਗਿਆਨੀ ਮਨਜੀਤ ਸਿੰਘ ਜੀ। ਗਿਆਨੀ ਜੀ ਦਾ ਬਹੁਤ ਬਹੁਤ ਧੰਨਵਾਦ। ਧੰਨਵਾਦ ਸਮੂਹ ਸਾਧ ਸੰਗਤ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ। ਸਤਿਗੁਰੂ ਜੀ ਨੇ ਬੜੀ ਮਹਾਨ ਕਿਰਪਾ ਕੀਤੀ ਹੈ। ਅਸੀਂ ਕਲਯੁਗੀ ਜੀਵਾਂ ਦੇ ਉੱਪਰ ਤਰਸ ਕਰਦਿਆਂ ਹੋਇਆਂ ਇਹ ਸਤ ਸੰਗਤ ਦੀਆਂ ਅਮੋਲਕ ਘੜੀਆਂ ਬਖਸ਼ੀਆਂ। ਸਾਧ ਸੰਗਤ ਜੀਓ, ਗੁਰਦੁਆਰਾ ਸਾਹਿਬ ਵਿਖੇ ਮਹਾਨ ਸੇਵਾਵਾਂ ਚੱਲ ਰਹੀਆਂ ਨੇ। ਤਨ ਮਨ ਧਨ ਦੇ ਨਾਲ ਸੇਵਾਵਾਂ ਕਰਕੇ ਗੁਰੂ ਕੇ ਖੁਸ਼ੇ ਪ੍ਰਾਪਤ ਕਰੀਏ ਜੀ। ਪਿਛਲੇ ਦਿਨੀ ਆਪ ਜੀ ਨੂੰ ਭਲੀ ਪ੍ਰਕਾਰ ਪਤਾ ਹੀ ਹੈ ਕਿ ਇੱਕ ਸਿੱਖ ਬੱਚੀ ਦੇ ਨਾਲ ਜ਼ਾਲਮਾਂ ਜਰਬਾਣਿਆਂ ਵੱਲੋਂ ਬਹੁਤ ਹੀ ਧੱਕਾ ਕੀਤਾ ਗਿਆ ਹੈ। ਉਹਨੂੰ ਇਨਸਾਫ ਦਿਵਾਉਣ ਵਾਸਤੇ ਉਹਨੂੰ ਅਤੇ ਹੋਰ ਵੀ ਜਿਹੜੇ ਜ਼ਾਲਮ ਸਰਕਾਰਾਂ ਦੇ ਜ਼ੁਲਮ ਦੇ ਨਾਲ ਜੂਝ ਰਹੇ ਹਨ, ਉਹਨਾਂ ਸਾਰਿਆਂ ਨੂੰ ਇਨਸਾਫ ਦਿਵਾਉਣ ਵਾਸਤੇ 9 ਫਰਵਰੀ ਨੂੰ ਭਾਰਤੀ ਕੌਂਸਲੇਟ ਦੇ ਸਾਹਮਣੇ ਰੋਸ ਮੁਜ਼ਾਹਰਾ ਕੀਤਾ ਜਾਵੇਗਾ। ਸੰਗਤ ਨੂੰ ਬੇਨਤੀ ਹੈ ਕਿ 12 ਤੋਂ 2 ਵਜੇ ਤੱਕ ਇਹ ਰੋਸ ਮੁਜ਼ਾਹਰਾ ਹੋਵੇਗਾ 9 ਫਰਵਰੀ ਨੂੰ। ਇਸ ਕਰਕੇ ਉਹਨਾਂ ਵੀਰਾਂ, ਉਹਨਾਂ ਭੈਣਾਂ ਦੀ ਆਵਾਜ਼ ਬਣਨ ਵਾਸਤੇ